हाँ जी, सत श्री अकाल जी सारिਆਂ ਨੂੰ। ਕਿਵੇਂ ਹੋ ਸਾਰੇ? ਠੀਕ ਹੋ? ਰੀਟ ਵਾਲੀ ਜਮਾਤ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ। ਤੇ ਅੱਜ ਆਪਣੀ ਜਿਹੜੀ ਜਮਾਤ ਹੈ ਆਪਾਂ ਮਾਤ ਭਾਸ਼ਾ ਦੇ ਬਾਰੇ ਗੱਲ ਕਰੀ ਜਾਂਦੇ ਹਾਂ। ਮਾਤ ਭਾਸ਼ਾ ਦੇ ਵਿੱਚ ਆਪਾਂ ਪਹਿਲਾਂ ਜਿਹੜੀਆਂ ਦੋ ਜਮਾਤਾਂ ਸੀ ਉਹਦੇ ਵਿੱਚ ਆਪਾਂ ਗੱਲ ਕੀਤੀ ਮਾਤ ਭਾਸ਼ਾ ਦੇ ਪਹਿਲਾਂ ਕੁਝ ਕੁ ਜਾਣਕਾਰੀ, ਮੂਲਭੂਤ ਜਾਣਕਾਰੀ ਆਪਾਂ ਮਾਤ ਭਾਸ਼ਾ ਬਾਰੇ ਪ੍ਰਾਪਤ ਕੀਤੀ ਸੀ। ਭਾਸ਼ਾ ਅਧਿਆਪਨ ਦੇ ਸਿਧਾਂਤ ਵੀ ਇਹ ਕੁਝ ਕਿਸੇ ਵੀ ਭਾਸ਼ਾ ਤੇ ਲਾਗੂ ਹੋ ਜਾਂਦੇ ਆ। ਆਪਣਾ ਇੱਕ ਟੌਪਿਕ ਦੇ ਰੱਖਿਆ ਭਾਸ਼ਾ ਅਧਿਆਪਨ ਦੇ ਸਿਧਾਂਤ। ਉਹਦੇ ਵਿੱਚੋਂ ਪ੍ਰਸ਼ਨ ਅਕਸਰ ਪੁੱਛ ਲਿਆ ਜਾਂਦਾ ਹੈ। ਸਿਧਾਂਤ ਹੈ ਜਿਹੜੇ, ਦੇਖੋ ਸਿਧਾਂਤ ਕੋਈ ਚੀਜ਼ ਸਿਧਾਂਤਾਂ ਤੇ ਟਿਕੀ ਹੋਈ ਹੈ। ਹਰ ਕੋਈ ਚੀਜ਼ ਦੋ ਹੁੰਦੀਆਂ ਚੀਜ਼ਾਂ, ਇੱਕ ਸਿਧਾਂਤਿਕ ਇੱਕ ਵਿਵਹਾਰਿਕ ਚੀਜ਼। ਜਿਵੇਂ ਆਪਾਂ ਦੋ ਸ਼ਬਦ ਪੜ੍ਹੇ ਆ ਸਾਰਿਆਂ ਨੇ ਸਿਧਾਂਤ। ਕੁਝ ਨਿਯਮ ਸਾਡੇ ਭਾਸ਼ਾ ਵਿਗਿਆਨੀਆਂ ਨੇ ਬਣਾਏ ਹੋਏ ਆ ਜਿਨ੍ਹਾਂ ਨੂੰ ਆਪਾਂ ਲਾਗੂ ਕਰੀਏ ਤਾਂ ਬੱਚਾ ਭਾਸ਼ਾ ਨੂੰ ਜਲਦੀ ਪ੍ਰਾਪਤ ਕਰਦਾ ਹੈ। ਉਹਨੂੰ ਕੀ ਕਿਹਾ ਜਾਂਦਾ ਹੈ? ਭਾਸ਼ਾ ਅਧਿਆਪਨ ਦੇ ਸਿਧਾਂਤ। ਦੇਖੋ ਵੀ ਜਦੋਂ ਆਪਾਂ ਮੰਨ ਲਓ ਕਿਸੇ ਬੱਚੇ ਨੂੰ ਸਕੂਲ ਵਿੱਚ ਆਇਆ ਕੋਈ ਬੱਚਾ, ਉਹਨੂੰ ਆਪਾਂ ਭਾਸ਼ਾ ਸਿਖਾਉਣੀ ਹੈ। ਬੱਚਾ ਜਮਾਤ ਦੇ ਵਿੱਚ ਬੈਠ ਗਿਆ, ਸਾਰੇ ਬੱਚੇ ਬੈਠੇ ਹੋਏ ਆ, ਤਾਂ ਇਸ ਤਰ੍ਹਾਂ ਤਾਂ ਹੈ ਨਹੀਂ ਤੁਸੀਂ ਉਹਨਾਂ ਨੂੰ ਕਿਤਾਬ ਦੇ ਕੇ ਕਹੋਗੇ ਲਓ ਬੇਟਾ ਇੱਥੋਂ ਲਿਖਣਾ ਸ਼ੁਰੂ ਕਰ ਦਿਓ। ਮਤਲਬ ਕੀ ਹੈ ਵੀ ਜਿਵੇਂ ਭਾਸ਼ਾ ਕੌਸ਼ਲ ਹੁੰਦੇ ਆ ਸਾਡੇ, ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ, ਇਹਨਾਂ ਦਾ ਇੱਕ ਕ੍ਰਮ ਹੈ। ਇਹ ਜਿਹੜਾ ਕ੍ਰਮ ਬੱਚੇ ਦੇ ਭਾਸ਼ਾ ਸਿੱਖਣ ਤੇ ਲਾਗੂ ਕਰਨਾ, ਉਹਨੂੰ ਕਿਹਾ ਜਾਂਦਾ ਹੈ ਭਾਸ਼ਾ ਅਧਿਆਪਨ ਦਾ ਸਿਧਾਂਤ। ਇੱਕ ਉਦਾਹਰਣ ਦਿੱਤਾ ਮੈਂ ਇਹਦੇ ਵਿੱਚ ਵੀ ਆਪਾਂ ਮੰਨ ਲਓ ਵੀ ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ, ਇਹਨੂੰ ਆਪਾਂ ਲਾਗੂ ਕਰ ਦਈਏ ਜਦੋਂ, ਤਾਂ ਉਹ ਇੱਕ ਭਾਸ਼ਾ ਅਧਿਆਪਨ ਦਾ ਸਿਧਾਂਤ ਦੇ ਵਿੱਚ ਆ ਜਾਂਦਾ ਹੈ। ਭਾਸ਼ਾ ਅਧਿਆਪਨ ਦੇ ਸਿਧਾਂਤ ਦੇਖੋ ਜੀ ਸਮੇਂ ਅਨੁਸਾਰ ਬਦਲਦੇ ਰਹਿੰਦੇ ਆ। ਇਹਨਾਂ ਦੇ ਵਿੱਚ ਆਪਾਂ ਆਪਣੀ ਸੁਵਿਧਾ ਦੇ ਅਨੁਸਾਰ ਤਬਦੀਲੀ ਕਰ ਸਕਦੇ ਹਾਂ। ਜਮਾਤ ਦੇ ਵਿੱਚ ਵਿਦਿਆਰਥੀ ਬੈਠੇ ਆ, ਸਾਰਿਆਂ ਦਾ IQ ਲੈਵਲ ਇੱਕੋ ਜਿਹਾ ਨਹੀਂ ਗਾ, ਬੁੱਧੀ ਲਬਦੀ ਸਾਰਿਆਂ ਦੀ ਇੱਕੋ ਜਿਹੀ ਨਹੀਂ। ਆਪਾਂ ਨੂੰ ਉਸ ਦੇ ਅਨੁਸਾਰ ਚੱਲਣਾ ਪੈਣਾ। ਸਾਡੇ ਜਿਹੜੇ ਭਾਸ਼ਾ ਸਿਖਾਉਣ ਦੇ ਸਿਧਾਂਤ ਆ ਉਹ ਕੀ ਕਹਿੰਦੇ ਆ ਵੀ ਜਵਾਕ ਜਦੋਂ ਇੱਕ ਬੱਚਾ, ਸਾਰੇ ਤਰ੍ਹਾਂ ਦੇ ਬੱਚੇ ਬੈਠੇ ਹੋਏ ਆ ਜਮਾਤ ਦੇ ਵਿੱਚ, ਤਾਂ ਆਪਾਂ ਆਪਣੇ ਅਧਿਆਪਨ ਦੀ ਗਤੀ ਨੂੰ, ਸਪੀਡ ਨੂੰ ਇਸ ਪ੍ਰਕਾਰ ਨਾਲ ਮੇਨਟੇਨ ਕਰਨਾ ਹੈ ਕਿ ਕਮਜ਼ੋਰ ਬੱਚਾ ਸਿੱਖ ਸਕੇ। ਕਮਜ਼ੋਰ ਬੱਚੇ ਦੀ ਸਿੱਖਣ ਦੀ ਜਿਹੜੀ ਗਤੀ ਹੈ ਉਹ ਬਹੁਤ ਹੌਲੀ ਹੈ, ਬਹੁਤ ਧੀਮੀ ਗਤੀ। ਆਪਾਂ ਉਹਨੂੰ ਨਾਲ ਲੈ ਕੇ ਚੱਲਣਾ ਤੇ ਨਾਲ ਨਾਲ ਹੁਸ਼ਿਆਰ ਵਿਦਿਆਰਥੀ ਦੀ ਕੁਝ ਵਾਧੂ ਅਗਵਾਈ ਕਰਨੀ ਹੈ। ਹੁਸ਼ਿਆਰ ਵਿਦਿਆਰਥੀ ਨੂੰ ਜ਼ਿਆਦਾ ਕੁਝ ਮੈਟਰ ਅਵੇਲੇਬਲ ਕਰਾਉਣਾ ਪਊਗਾ ਨਾ। ਅਗਰ ਨਹੀਂ ਕਰਵਾਇਆ ਤਾਂ ਹੁਸ਼ਿਆਰ ਵਿਦਿਆਰਥੀ ਪਿੱਛੇ ਰਹਿ ਜਾਊਗਾ। ਉਹਦੀ ਜਿਹੜੀ ਜਿਗਿਆਸਾ ਉਹਨੂੰ ਤਾਂ ਸ਼ਾਂਤ ਕਰਨਾ ਪਊਗਾ ਨਾ। ਹੁਸ਼ਿਆਰ ਵਿਦਿਆਰਥੀ ਜਿਹੜਾ, ਉਹਦੀ ਜਿਗਿਆਸਾ ਉਨੀ ਵੱਡੀ। ਸੋ ਇਹ ਆ ਜਿਹੜਾ, ਇਹਨੂੰ ਕਿਹਾ ਜਾਂਦਾ ਅਨੁਪਾਤ ਜਾਂ ਅਨੁਪਾਤ ਵਾਲਾ ਸਿਧਾਂਤ। ਇਸ ਤਰ੍ਹਾਂ ਕਰਕੇ ਬਹੁਤ ਸਾਰੇ ਸਿਧਾਂਤ ਆ, ਉਹਨਾਂ ਦੇ ਬਾਰੇ ਆਪਾਂ ਚਰਚਾ ਕਰਨੀ ਹੈ। ਹਾਂ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆ ਜਾਓ ਫਿਰ ਕੰਮ ਦੀ ਗੱਲ ਕਰਦੇ ਹਾਂ ਆਪਾਂ। ਹਾਂਜੀ, ਪੰਜਾਬੀ ਭਾਸ਼ਾ ਅਧਿਆਪਨ ਦੇ ਸਿਧਾਂਤ ਸਾਰਿਆਂ ਵਾਸਤੇ ਕਾਮਨ ਟੌਪਿਕ ਹੈ ਇਹ। ਪ੍ਰਸ਼ਨ ਆਉਂਦਾ ਇਹਦੇ ਵਿੱਚੋਂ, ਆਇਆ ਸੀ ਰੀਟ ਵਾਰੀ, 2 ਪ੍ਰਸ਼ਨ ਆਏ ਸੀ ਇਹਦੇ ਵਿੱਚੋਂ। ਹਾਂਜੀ, ਗੱਲ ਕਰੀਏ ਆ ਜਾਓ। ਭਾਸ਼ਾ ਸਿੱਖਣਾ ਮਨੁੱਖ ਦੀ ਸਹਿਜ ਅਤੇ ਸੁਭਾਵਿਕ ਪ੍ਰਵਿਰਤੀ ਹੈ। ਇਹ ਨਾ ਪਤਾ ਕੀ ਕਰਦਾ ਐਗਜ਼ਾਮੀਨਰ, ਸਿੱਧੀਆਂ ਲਾਈਨਾਂ ਚੱਕ ਕੇ ਪ੍ਰਸ਼ਨ ਪੁੱਛ ਲੈਂਦਾ, ਤਾਂ ਉਹਦੇ ਵਿੱਚ ਦੇ ਦਿੰਦਾ ਵੀ ਦੱਸੋ ਜੀ ਇਹ ਗੱਲ ਕਿਹਦੇ ਬਾਰੇ ਹੈ। ਇੱਕ ਤਾਂ ਇੱਕ ਸ਼ਬਦ ਦੇ ਕੇ, ਤੇ ਦੂਸਰਾ ਕਈ ਵਾਰੀ ਕੀ ਕਰਦਾ ਕਿ ਇਸ ਤਰ੍ਹਾਂ ਵੀ ਪ੍ਰਸ਼ਨ ਪੈ ਜਾਂਦਾ ਹੈ ਕਿ ਮੰਨ ਲਓ ਕੋਈ ਸਤਰ ਲਿਖਤੀ ਚੱਕ ਕੇ ਸਿੱਧੀ ਦੀ ਸਿੱਧੀ, ਤੇ ਉਹਦੇ ਵਿੱਚ ਕੀ ਕਰਦਾ ਉਹਦੇ ਵਿੱਚ ਅੱਗੇ ਆਪਸ਼ਨ ਪਾ ਦਿੰਦਾ ਵੀ ਦੱਸੋ ਇਹ ਇਹਦੇ ਵਿੱਚ ਜਿਹੜਾ ਵਾਕ ਹੈਗਾ, ਇਹ ਜਿਹੜੀ ਗੱਲ ਹੈ ਜੋ ਸਿਧਾਂਤ ਦਿੱਤਾ ਗਿਆ ਹੈ, ਕਿ ਇਹ ਸਹੀ ਹੈ ਜਾਂ ਗਲਤ ਹੈ, ਜਾਂ ਕੁਝ ਨਹੀਂ ਕਹਿ ਸਕਦੇ ਐਵੇਂ ਆਪਸ਼ਨ ਹੈ ਨਾ ਵੀ, ਜਾਂ ਮਤਲਬ ਕੀ ਹੈ ਵੀ ਸਹੀ ਵੀ ਹੈ, ਅੱਧਾ ਸਹੀ ਹੈ ਅੱਧਾ ਗਲਤ ਹੈ। ਐਗਜ਼ਾਮੀਨਰ ਦੇ ਆਪਸ਼ਨ ਪਾਉਣ ਦੇ ਤਰੀਕੇ ਹੈ। ਹੁਣ ਇਹਦੇ ਵਿੱਚ ਦੇਖੋ ਜੀ, ਭਾਸ਼ਾ ਅਧਿਆਪਨ ਦੇ ਸਿਧਾਂਤਾਂ ਦੇ ਵਿੱਚ ਭਾਸ਼ਾ ਸਿੱਖਣਾ ਮਨੁੱਖ ਦੀ ਸਹਿਜ ਅਤੇ ਸੁਭਾਵਿਕ ਪ੍ਰਵਿਰਤੀ ਹੈ। ਦੇਖੋ ਜੀ, ਭਾਸ਼ਾ ਸਿੱਖੀ ਜਾਏਗੀ ਸਹਿਜ ਦੇ ਨਾਲ। ਬੜੇ ਹੀ ਬੱਚਾ ਲਹਿਜੇ ਨਾਲ, ਸਹਿਜ ਤਰੀਕੇ ਨਾਲ ਭਾਸ਼ਾ ਸਿੱਖਦਾ ਹੈ। ਅੱਗੇ ਗੱਲ ਕਰਦੇ ਆਪਾਂ, ਦੇਖੋ ਕੀ ਵੀ ਭਾਸ਼ਾ ਸਿੱਖਿਆ ਦਿੰਦੇ ਸਮੇਂ ਭਾਸ਼ਾ ਦੀ ਪ੍ਰਕਿਰਤੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ। ਸਭ ਤੋਂ ਪਹਿਲਾਂ ਭਾਸ਼ਾ ਦਾ ਨੇਚਰ ਕਿਵੇਂ ਦਾ। ਅਗਰ ਭਾਸ਼ਾ ਦੀ ਪ੍ਰਕਿਰਤੀ ਸਾਨੂੰ ਪਤਾ ਹੈ ਤਾਂ ਬੱਚੇ ਨੂੰ ਭਾਸ਼ਾ ਸਿਖਾਉਣੀ ਬਹੁਤ ਸੌਖੀ ਹੈ, ਕਿਉਂਕਿ ਆਪਾਂ 2 ਚੀਜ਼ਾਂ ਜਾਣਨੀਆਂ, ਇੱਕ ਬੱਚੇ ਦੇ ਵਿਵਹਾਰ ਬਾਰੇ ਤੇ ਇੱਕ ਆਪਾਂ ਭਾਸ਼ਾ ਦੀ ਪ੍ਰਕਿਰਤੀ ਬਾਰੇ। ਤੇ ਆਪਾਂ ਜਦੋਂ ਭਾਸ਼ਾ ਦੀ ਪ੍ਰਕਿਰਤੀ ਨੂੰ ਭਾਸ਼ਾ ਸਿਖਾਉਣ ਲੱਗੇ ਬੱਚੇ ਦੇ ਉੱਪਰ ਲਾਗੂ ਕਰਤੇ ਉਹ ਸਿਧਾਂਤ, ਤੇ ਉਹਦੇ ਨਾਲ ਕੀ ਹੋਊਗਾ, ਬੱਚੇ ਦੇ ਵਿਵਹਾਰ ਵਿੱਚ ਪਰਿਵਰਤਨ ਆਊਗਾ। ਇਸ ਨੂੰ ਤਾਂ ਸਿੱਖਿਆ ਕਹਿੰਦੇ ਆ ਨਾ।
ਇਸੇ ਨੂੰ ਤਾਂ ਆਪਾਂ ਪੜ੍ਹਾਈ ਕਹਿ ਦਿੰਦੇ ਹਾਂ। ਅੱਛਾ ਦੇਖੋ ਅੱਗੇ ਜੀ, ਬੱਚਾ ਦੇਖੋ ਜੀ ਦੋ ਤਰੀਕੇ ਨਾਲ ਸਿੱਖਦਾ ਹੈ। ਦੋ ਤਰੀਕੇ ਆ। ਸਭ ਤੋਂ ਪਹਿਲਾਂ ਇੱਕ ਹੈਗਾ ਅਨੁਕਰਨ, ਦੂਸਰਾ ਵਾਤਾਵਰਣ। ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਪਹਿਲੇ ਨੰਬਰ ਤੇ ਅਨੁਕਰਨ ਹੈ। ਬੱਚੇ ਦੀ, ਛੋਟੇ ਬੱਚੇ ਦੀ ਆਦਤ ਹੈ ਕਿ ਉਹਨੇ ਆਪਣੇ ਮਾਡਲ ਨੂੰ ਜਾਂ ਕੋਈ ਸਾਹਮਣੇ ਉਹਦੇ ਜਿਹੜੀ ਉਹਦੇ ਵਾਸਤੇ ਬਹੁਤ ਮਹੱਤਵਪੂਰਨ ਹੈ, ਉਸ ਚੀਜ਼ ਨੂੰ ਫੋਲੋ ਕਰੂਗਾ, ਇਮੀਟੇਸ਼ਨ ਕਰੂਗਾ, ਉਸ ਚੀਜ਼ ਦੀ ਨਕਲ ਕਰੂਗਾ ਹੀ ਕਰੂਗਾ। ਇਹਨੂੰ ਕਿਹਾ ਜਾਂਦਾ ਅਨੁਕਰਨ ਕਰਨਾ। ਤੇ ਵਾਤਾਵਰਣ ਵੀ ਉਹੋ ਜਿਹਾ ਚਾਹੀਦਾ। ਇਨ ਕੇਸ ਵਾਤਾਵਰਣ ਉਹੋ ਜਿਹਾ ਨਹੀਂ ਹੈਗਾ, ਬੱਚਾ ਅਨੁਕਰਨ ਨਹੀਂ ਕਰੇਗਾ। ਉਸ ਨੂੰ ਉਸ ਤਰ੍ਹਾਂ ਦਾ ਸਮਾਜ, ਇੱਕ ਉਸ ਤਰ੍ਹਾਂ ਦਾ ਪਰਿਵਾਰਿਕ ਵਾਤਾਵਰਣ, ਮਾਹੌਲ, ਜਿਵੇਂ ਕੁਛ ਵੀ, ਕਿਉਂਕਿ ਆਪਾਂ ਗੈਰ ਰਸਮੀ ਸਿੱਖਿਆ ਬੱਚਾ ਜਿਹੜਾ ਉਹ ਘਰ ਦੇ ਵਿੱਚ ਸਿੱਖ ਜਾਂਦਾ ਹੈ। ਰਸਮੀ ਸਿੱਖਿਆ ਜਿਹੜੀ ਸਿੱਖਦਾ ਉਹ ਸਕੂਲ ਦੇ ਵਿੱਚ ਸਿੱਖਦਾ ਹੈ। ਹੁਣ ਇਹਦੇ ਵਿੱਚ ਦੇਖੋ ਜੀ ਕੀ ਹੈ ਵੀ ਘਰ ਦੇ ਵਿੱਚ ਉਹ ਬਸ ਥੋੜੇ ਜਿਹੇ ਨਿਯਮ ਨਹੀਂ ਹੁੰਦੇ, ਸਕੂਲ ਦੇ ਵਿੱਚ ਉਹ ਥੋੜੇ ਜਿਹੇ ਨਿਯਮ ਉਹਦੇ ਉੱਪਰ ਲਾਗੂ ਹੋ ਜਾਂਦੇ, ਬਸ ਇੰਨਾ ਹੀ। ਉਹ ਵਾਤਾਵਰਣ ਹੈ ਅਲੱਗ-ਅਲੱਗ। ਘਰ ਦੇ ਵਿੱਚ ਸਾਡਾ ਸਿਸਟਮ ਹੋਰ ਹੈ, ਸਕੂਲ ਦੇ ਵਿੱਚ ਆਪਾਂ ਦੇਖਦੇ ਹਾਂ ਬੱਚੇ ਦਾ ਵਿਵਹਾਰ ਜਿਹੜਾ ਬਿਹੇਵੀਅਰ ਹੋਰ ਹੈ। ਸੋ ਅੱਗੇ ਦੇਖੋ ਜੀ, ਹਾਂ, ਵਾਤਾਵਰਣ ਤੋਂ ਸਿੱਖਣਾ ਬੱਚਾ ਆਰੰਭ ਕਰਦਾ। ਭਾਸ਼ਾ ਸਿੱਖਣ ਦਾ ਸੁਭਾਵਿਕ ਕ੍ਰਮ ਕਿਹੜਾ ਜੀ? ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ। ਹਾਲਾਂਕਿ ਆਪਾਂ ਪੜ੍ਹਦੇ ਹਾਂ ਮੈਡਮ ਮਾਰੀਆ ਮਾਂਟੇਸਰੀ ਦੀ ਗੱਲ, ਉਹਨੇ ਕੀ ਕੀਤਾ ਵੀ ਇਸ ਕ੍ਰਮ ਨੂੰ ਤੋੜਿਆ ਹੈ। ਇੱਕ ਭਾਸ਼ਾ ਵਿਗਿਆਨੀ ਹੈ ਜਿਹਨੇ ਕੀ ਕੀਤਾ, ਇਸ ਕ੍ਰਮ ਨੂੰ ਤੋੜਿਆ ਹੈ। ਉਹਦੇ ਅਨੁਸਾਰ ਸਭ ਤੋਂ ਪਹਿਲਾਂ ਬੱਚੇ ਨੂੰ ਲਿਖਣਾ ਸਿਖਾਉਣਾ ਚਾਹੀਦਾ, ਕਿਉਂਕਿ ਲਿਖਣਾ ਇੱਕ ਰਚਨਾਤਮਕ ਕਿਰਿਆ ਹੈ। ਬੱਚਾ ਰਚਨਾਤਮਕ ਕਿਰਿਆ ਦੇ ਵਿੱਚ ਜ਼ਿਆਦਾ ਰੁਚੀ ਲੈਂਦਾ ਹੈ। ਇਸ ਕਰਕੇ ਬੱਚੇ ਨੂੰ ਪਹਿਲਾਂ ਲਿਖਣਾ ਸਿਖਾਇਆ ਜਾਵੇ। ਲਿਖਣ ਦੇ ਉਹਨੇ ਤਰੀਕੇ ਵੀ ਦੱਸੇ, ਉਹ ਵੀ ਆਪਾਂ ਗੱਲ ਕਰਾਂਗੇ। ਹਾਂਜੀ, ਅਤੇ ਬੱਚਾ ਇਸੇ ਕ੍ਰਮ ਵਿੱਚ ਹੀ ਅਨੁਕਰਨ ਕਰਦਾ ਹੈ। ਦੇਖੋ ਸਭ ਤੋਂ ਪਹਿਲਾਂ ਅਗਰ ਬੱਚਾ ਸੁਣੇਗਾ ਨਹੀਂ ਤਾਂ ਫਿਰ ਉਹ ਬੋਲੇਗਾ ਨਹੀਂ, ਅਗਰ ਬੋਲੇਗਾ ਨਹੀਂ ਤਾਂ ਪੜ੍ਹੇਗਾ ਨਹੀਂ, ਜੇ ਪੜ੍ਹੇਗਾ ਨਹੀਂ ਤਾਂ ਲਿਖੇਗਾ ਨਹੀਂ। ਦੋਨੇ ਚੀਜ਼ਾਂ, ਸੁਣਨਾ ਬੋਲਣਾ ਨਾਲ ਨਾਲ ਜੁੜੇ ਹੋਏ ਆ, ਇਕੱਠੇ, ਪੜ੍ਹਨਾ ਲਿਖਣਾ ਦੋਨੋਂ ਨਾਲ ਨਾਲ ਜੁੜੇ ਹੋਏ ਆ। ਸੋ ਇਹਦੇ ਵਿੱਚ ਕੀ ਹੈ, ਦੇਖੋ ਸੁਭਾਵਿਕ ਹੈ ਕ੍ਰਮ ਇਹ। ਪਹਿਲਾਂ ਸੁਣਨਾ ਸਿੱਖੇਗਾ ਤੇ ਫਿਰ ਬੋਲਣਾ ਸਿੱਖੇਗਾ। ਦੂਸਰੇ ਤਰੀਕੇ ਨਾਲ ਪਹਿਲਾਂ ਪੜ੍ਹਨਾ ਸਿੱਖੇਗਾ ਤੇ ਫਿਰ ਲਿਖਣਾ ਸਿੱਖੇਗਾ। ਇਹ ਸੁਭਾਵਿਕ ਕ੍ਰਮ ਹੈ। ਇਹ ਕ੍ਰਮ ਨਹੀਂ ਟੁੱਟਣਾ ਚਾਹੀਦਾ। ਇਸ ਤਰ੍ਹਾਂ ਦਾ ਪ੍ਰਸ਼ਨ ਹੈ ਜਿਹੜਾ ਅਕਸਰ ਹੀ ਪੁੱਛ ਲਿਆ ਜਾਂਦਾ, ਵਾਰੀ-ਵਾਰੀ ਰਿਪੀਟ ਹੁੰਦਾ ਰਹਿੰਦਾ। ਅਤੇ ਭਾਸ਼ਾ ਸਿੱਖਦਾ ਹੈ ਜੀ, ਬਿਲਕੁਲ। ਸਾਡੇ ਭਾਸ਼ਾ ਸਿੱਖਿਆ ਦੇ ਜੀ ਕੁਝ ਸਿਧਾਂਤ ਸਾਡੇ ਭਾਸ਼ਾ ਵਿਗਿਆਨੀਆਂ ਨੇ ਨਿਰਧਾਰਿਤ ਕੀਤੇ ਆ, ਜਿਨ੍ਹਾਂ ਨੂੰ ਆਪਾਂ ਭਾਸ਼ਾ ਅਧਿਆਪਨ ਦੇ ਸਿਧਾਂਤਾਂ ਦੇ ਨਾਮ ਤੋਂ ਜਾਣਦੇ ਹਾਂ। ਸਾਡੇ ਟੌਪਿਕ ਦਾ ਨਾਮ ਕੀ ਹੈ? ਭਾਸ਼ਾ ਅਧਿਆਪਨ ਦੇ ਸਿਧਾਂਤ। ਵੀ ਕੁਝ ਰੂਲਸ, ਕੁਝ ਨਿਯਮ ਸਾਡੇ ਭਾਸ਼ਾ ਵਿਗਿਆਨੀਆਂ ਨੇ ਬਣਾਏ ਆ ਜੀ, ਤੇ ਉਹ ਆਪਾਂ ਬੱਚੇ ਦੇ ਉੱਪਰ ਲਾਗੂ ਕਰਨੇ ਆ। ਆਜੋ ਦੇਖਦੇ ਆ ਕਿਹੜੇ-ਕਿਹੜੇ ਨਿਯਮ, ਕਿਹੜੇ-ਕਿਹੜੇ ਰੂਲਸ ਬੱਚਿਆਂ ਵਾਸਤੇ ਬਣੇ ਹੋਏ ਆ ਜੀ। ਮਤਲਬ ਕੀ ਹੈ ਵੀ ਸਿੱਖਿਆ ਵਾਸਤੇ, ਭਾਸ਼ਾ ਦੀ ਸਿੱਖਿਆ ਵਾਸਤੇ। ਇਹ ਸਿਧਾਂਤ ਭਾਸ਼ਾ ਅਧਿਆਪਨ ਨੂੰ ਕੁਸ਼ਲ, ਪ੍ਰਭਾਵਸ਼ਾਲੀ ਅਤੇ ਉਪਯੋਗੀ ਬਣਾਉਂਦੇ ਹਨ। ਦੇਖੋ ਜੀ, ਬਿਨਾਂ ਨਿਯਮ ਤੋਂ, ਬਿਨਾਂ ਕਿਸੇ ਸਿਧਾਂਤ ਤੋਂ ਕੋਈ ਵੀ ਚੀਜ਼ ਆਪਾਂ ਲਾਗੂ ਕਰਾਂਗੇ ਤਾਂ ਉਹਦੇ ਨਾਲ ਆਪਾਂ ਉਹ ਰਿਜ਼ਲਟ ਨਹੀਂ ਪ੍ਰਾਪਤ ਕਰ ਸਕਦੇ ਜੋ ਆਪਾਂ ਕਰਨਾ ਚਾਹੁੰਦੇ ਹਾਂ। ਅਗਰ ਤੁਸੀਂ ਫੀਡਬੈਕ ਹੈ ਜਿਹੜਾ ਮੁਲਾਂਕਣ ਦੇ ਤੌਰ ਦੇ ਵਿੱਚ ਤੁਸੀਂ ਕੁਝ ਮੰਨ ਲਓ ਕਿ ਚਾਹੁੰਦੇ ਹੋ ਕਿ ਜੋ ਅਸੀਂ ਵਿਵਹਾਰ ਪਰਿਵਰਤਨ ਆਪਾਂ ਜਿਹਨੂੰ ਕਹਿ ਦਿੰਦੇ ਹਾਂ, ਸਿੱਖਿਆ ਵਿਵਹਾਰ ਮੇਂ ਪਰਿਵਰਤਨ ਹੈ, ਆਪਾਂ ਪੜ੍ਹਦੇ ਹਾਂ ਨਾ ਸਾਈਕੋਲੋਜੀ ਦੇ ਵਿੱਚ, ਤੇ ਉਹ ਇਹ ਚੀਜ਼ ਤਾਂ ਲਾਗੂ ਹੁੰਦੀ ਵੀ ਕੁਸ਼ਲ, ਪ੍ਰਭਾਵਸ਼ਾਲੀ ਤੇ ਉਪਯੋਗੀ ਕਿਵੇਂ ਬਣੂਗਾ ਭਾਸ਼ਾ ਅਧਿਆਪਨ? ਅਗਰ ਉਹ ਸਿਧਾਂਤ ਆਪਾਂ ਲਾਗੂ ਕਰਾਂਗੇ। ਅਗਰ ਟੀਚਰ ਨੂੰ ਉਹ ਸਿਧਾਂਤ ਨਹੀਂ ਹੁੰਦੇ, ਉਹ ਬੱਚੇ ਦੇ ਉੱਪਰ ਲਾਗੂ ਨਹੀਂ ਕਰ ਸਕੇਗਾ। ਇਸ ਕਰਕੇ ਦੇਖਦੇ ਹਾਂ ਜੀ, ਹਾਂ ਅੱਗੇ ਸਿੱਖਿਆ ਸਿਧਾਂਤ ਕਿਸੇ ਸਿੱਖਿਆ ਸ਼ਾਸਤਰੀ ਜਾਂ ਮਨੋਵਿਗਿਆਨਿਕ ਦੇ ਸਿਧਾਂਤਕ ਮੱਤ ਹੁੰਦੇ ਹਨ। ਇਹ ਕਿਹਨੇ ਬਣਾਏ ਹੋਏ ਆ ਜੀ? ਇਹ ਸਿੱਖਿਆ ਸਿਧਾਂਤ ਜਿਹੜੇ ਕਿਸੇ ਸਿੱਖਿਆ ਸ਼ਾਸਤਰੀ ਜਾਂ ਮਨੋਵਿਗਿਆਨਿਕ ਦੇ ਕਿਸੇ ਦੇ ਸਿਧਾਂਤਕ ਮੱਤ ਹੁੰਦੇ ਹਨ, ਜੋ ਪ੍ਰਸਥਿਤੀਆਂ ਤੋਂ ਪ੍ਰਭਾਵਿਤ ਹੁੰਦੇ ਹਨ। ਮਤਲਬ ਪ੍ਰਸਥਿਤੀਆਂ ਤੋਂ ਪ੍ਰਭਾਵਿਤ ਦਾ ਮਤਲਬ ਸਿਚੁਏਸ਼ਨ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ। ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜੇ ਸਾਡੇ ਭਾਸ਼ਾ ਅਧਿਆਪਨ ਦੇ ਸਿਧਾਂਤ ਆ, ਉਹ ਜਿਹੀ ਪ੍ਰਸਥਿਤੀਆਂ ਤੋਂ ਬਿਲਕੁਲ ਪ੍ਰਭਾਵਿਤ ਹੋ ਜਾਂਦੇ ਆ, ਕੋਈ ਦਿੱਕਤ ਨਹੀਂ। ਆਪਾਂ ਦੋ ਚੀਜ਼ਾਂ ਪੜ੍ਹਦੇ ਹਾਂ, ਇੱਕ ਸਾਡੇ ਭਾਸ਼ਾ ਅਧਿਆਪਨ ਦੇ ਸਿਧਾਂਤ ਤੇ ਇੱਕ ਅਸੀਂ ਪੜ੍ਹਦੇ ਹਾਂ ਭਾਸ਼ਾ ਅਧਿਆਪਨ ਦੇ ਸਿੱਖਿਆ ਸੂਤਰ। ਸਿੱਖਿਆ ਸੂਤਰ ਆਪਾਂ ਜਦੋਂ ਪੜ੍ਹਦੇ ਹਾਂ ਉਹ ਸਾਡੇ ਪ੍ਰਸਥਿਤੀਆਂ ਤੋਂ ਪ੍ਰਭਾਵਿਤ ਨਹੀਂ ਹੁੰਦੇ। ਜਿਹੜਾ ਸਿੱਖਿਆ ਸੂਤਰ ਸਾਡੇ ਨਿਰਧਾਰਿਤ ਹੋ ਗਿਆ ਭਾਸ਼ਾ ਅਧਿਆਪਨ ਦੇ ਵਿੱਚ, ਤੇ ਉਹ ਹੀ ਰਹੂਗਾ, ਉਹਨੂੰ ਆਪਾਂ ਬਦਲ ਨਹੀਂ ਸਕਦੇ। ਪਰ ਜਦੋਂ ਆਪਾਂ ਭਾਸ਼ਾ ਅਧਿਆਪਨ ਦੇ ਸਿਧਾਂਤ ਦੀ ਗੱਲ ਕਰਦੇ ਹਾਂ ਤਾਂ ਭਾਸ਼ਾ ਅਧਿਆਪਨ ਦੇ ਸਿਧਾਂਤ ਆਪਾਂ ਚੇਂਜ ਕਰ ਲੈਂਦੇ ਹਾਂ। ਹੁਣ ਇੱਕ ਸੋਚਣ ਵਾਲੀ ਗੱਲ ਹੈ ਕਿ ਆਪਾਂ ਇਹ ਮੰਨ ਲਓ ਕਿ ਅਨੁਪਾਤ ਦੇ ਸਿਧਾਂਤ ਦੀ ਜੇ ਆਪਾਂ ਗੱਲ ਕਰੀਏ, ਭਾਸ਼ਾ ਅਧਿਆਪਨ ਦੇ ਸਿਧਾਂਤ ਦੇ ਵਿੱਚ ਇੱਕ ਸਿਧਾਂਤ ਦਾ ਨਾਮ ਆਉਂਦਾ ਅਨੁਪਾਤ ਅਤੇ ਕ੍ਰਮ ਦਾ ਸਿਧਾਂਤ। ਦੇਖੋ ਜੀ, ਹੁਣ ਇੱਥੇ ਸਿਧਾਂਤ ਦੀ ਉਲੰਘਣਾ ਕੀਤੀ ਹੈ ਮੈਡਮ ਮਾਰੀਆ ਮਾਂਟੇਸਰੀ ਨੇ।
ਹੁਣ ਮਾਂਟੇਸਰੀ ਨੇ ਇਸ ਸਿਧਾਂਤ ਦੀ ਉਲੰਘਣਾ ਕਰਤੀ, ਠੀਕ ਹੈ, ਤੇ ਇਹਦਾ ਮਤਲਬ ਕੀ ਹੈ ਵੀ ਮਾਂਟੇਸਰੀ ਹੈ ਜਿਹੜੀ ਉਹ ਭਾਸ਼ਾ ਅਧਿਆਪਨ ਚੋਂ ਬਾਹਰ ਹੋ ਗਈ। ਇਸ ਤਰ੍ਹਾਂ ਦਾ ਨਹੀਂ ਕਰਦੇ ਨਾ ਆਪਾਂ। ਇਹਨੂੰ ਕਿਹਾ ਜਾਂਦਾ ਭਾਸ਼ਾ ਅਧਿਆਪਨ ਦੇ ਜਿਹੜੇ ਸਿਧਾਂਤ ਹਨ ਉਹ ਪ੍ਰਸਥਿਤੀਆਂ ਤੋਂ ਪ੍ਰਭਾਵਿਤ ਹੁੰਦੇ ਹਨ। ਮਤਲਬ ਕੀ ਹੈ ਕਿ ਅਸੀਂ ਆਪਾਂ ਉਹਨਾਂ ਨੂੰ ਆਪਣੀ ਸੁਵਿਧਾ ਦੇ ਅਨੁਸਾਰ ਚੇਂਜ ਕਰ ਸਕਦੇ ਹਾਂ, ਉਹਨਾਂ ਦੇ ਵਿੱਚ ਕੋਈ ਤਬਦੀਲੀ ਲਿਆ ਸਕਦੇ ਹਾਂ। ਹੁਣ ਅੱਗੇ ਦੇਖ ਲਓ ਜੀ, ਅਗਲੀ ਗੱਲ ਕੀ ਕਹਿੰਦਾ ਹੈ ਕਿ ਪ੍ਰਸਥਿਤੀਆਂ ਬਦਲਣ ਨਾਲ ਇਹਨਾਂ ਸਿਧਾਂਤਾਂ ਵਿੱਚ ਵੀ ਪਰਿਵਰਤਨ ਹੁੰਦਾ। ਬਿਲਕੁਲ, ਵੀ ਜਦੋਂ ਪ੍ਰਸਥਿਤੀਆਂ ਬਦਲੂਗੀਆਂ, ਜਦੋਂ ਢਾਂਚਾ ਬਦਲੂਗਾ ਤਾਂ ਰੂਪ ਦੇ ਵਿੱਚ ਪਰਿਵਰਤਨ ਤਾਂ ਆਊਗਾ ਹੀ। ਹੁਣ ਅੱਗੇ ਦੇਖ ਲਓ ਜੀ, ਹੁਣ ਹੋਰ ਗੱਲ ਕਰਦੇ ਆਪਾਂ ਇਹਨਾਂ ਦਾ ਸੰਖੇਪ ਵੇਰਵਾ। ਪਹਿਲਾ ਸਿਧਾਂਤ ਬੜਾ ਇੰਪੋਰਟੈਂਟ ਹੁੰਦਾ, ਹਾਲਾਂਕਿ ਸਿਧਾਂਤ ਸਾਡੇ ਸਾਰੇ ਇੰਪੋਰਟੈਂਟ ਆ। ਇੱਕ ਹੈਗਾ ਜੀ ਸੁਭਾਵਿਕਤਾ ਦਾ ਸਿਧਾਂਤ। ਹੁਣ ਆ ਜਿਹੜੀ ਹੈ ਨਾ ਆਹ ਲਾਈਨ ਆ ਪਤਾ ਨਹੀਂ ਕਿੰਨੀ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੋ ਜਾਂਦੀ ਹੈ, ਬੱਚੇ ਅਕਸਰ ਫਿਰ ਵੀ ਗਲਤੀ ਕਰ ਜਾਂਦੇ, ਤੁਸੀਂ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਿਓ। ਹਾਂਜੀ, ਭਾਸ਼ਾ ਜਿਹੜਾ ਉਹ ਜੀ ਕਮਾਇਆ ਧਨ ਹੈ। ਪਹਿਲੀ ਗੱਲ, ਭਾਸ਼ਾ ਕਮਾਇਆ ਧਨ ਹੈ, ਪਰ ਇਸ ਨੂੰ ਸਿੱਖਣ ਦੀ ਸ਼ਕਤੀ ਕੁਦਰਤੀ ਹੈ। ਇਸ ਗੱਲ ਨੂੰ ਤੁਸੀਂ ਥੋੜਾ ਜਿਹਾ ਸਮਝੋ। ਭਾਸ਼ਾ ਹੈ ਜਿਹੜੀ ਉਹ ਕਮਾਇਆ ਹੋਇਆ ਧਨ ਹੈ। ਜਦੋਂ ਬੱਚਾ ਮੰਨ ਲਓ ਪ੍ਰਯਾਸ ਹੀ ਨਹੀਂ ਕਰੇਗਾ ਤਾਂ ਭਾਸ਼ਾ ਨਹੀਂ ਸਿੱਖੇਗਾ। ਭਾਸ਼ਾ ਕਮਾਇਆ ਜਾਂਦਾ ਹੈ, ਕਮਾਈ ਜਾਂਦੀ ਹੈ, ਅਰਨ ਕੀਤੀ ਜਾਂਦੀ ਹੈ, ਪਰ ਇਸ ਨੂੰ ਸਿੱਖਣ ਦੀ ਸ਼ਕਤੀ ਹੈ ਜਿਹੜੀ ਉਹ ਪ੍ਰਮਾਤਮਾ ਵੱਲੋਂ, ਕੁਦਰਤ ਵੱਲੋਂ ਆ ਸਾਡੇ ਵਿੱਚ। ਅਗਰ ਮੰਨ ਲਓ ਕਿ ਉਸ ਕੁਦਰਤ ਨੇ ਸਾਨੂੰ ਬੋਲਣ ਦੀ ਸ਼ਕਤੀ ਜਾਂ ਸਮਝਣ ਦੀ ਸ਼ਕਤੀ ਨਾ ਦਿੱਤੀ ਹੁੰਦੀ ਤਾਂ ਅਸੀਂ ਕਿਸੇ ਭਾਸ਼ਾ ਨੂੰ ਸਮਝ ਸਕਦੇ ਸੀ। ਸਾਡੀ ਜਿਹੜੀ ਬਿਰਤੀ ਉਹ ਪਸ਼ੂਆਂ ਦੇ ਵਰਗੀ ਹੋਣੀ ਸੀ, ਸਾਡੇ ਤੇ ਡੰਗਰਾਂ ਦੇ ਵਿੱਚ ਕੀ ਫਰਕ ਰਹਿ ਜਾਣਾ ਸੀ। ਇਸ ਕਰਕੇ ਕੀ ਹੈ ਵੀ ਇਹ ਦੋਨੇ ਥੋੜਾ ਜਿਹਾ ਇਸ ਗੱਲ ਨੂੰ ਸਮਝਿਆ ਕਰੋ, ਕਿਉਂਕਿ ਇਹ ਕਈ ਵਾਰੀ ਨਾ ਇੱਕ ਛੋਟੀ ਜਿਹੀ ਚੀਜ਼ ਨਾਲ ਹੀ ਫਰਕ ਪਾ ਕੇ ਨਾ ਐਗਜ਼ਾਮੀਨਰ ਪ੍ਰਸ਼ਨ ਪੁੱਛਦਾ ਰਹਿੰਦਾ। ਇਹ ਪ੍ਰਸ਼ਨ ਰੈਗੂਲਰ ਆਉਂਦਾ ਰਿਹਾ ਐਗਜ਼ਾਮ ਦੇ ਵਿੱਚ, ਤੁਸੀਂ ਪੁਰਾਣੇ ਪੇਪਰ ਚੱਕ ਕੇ ਦੇਖ ਲਓ, ਇਹ ਪ੍ਰਸ਼ਨ ਤੁਸੀਂ ਮਿਲ ਜੂਗਾ ਸੁਭਾਵਿਕਤਾ ਦੇ ਸਿਧਾਂਤ ਵਿੱਚ। ਫਿਰ ਵੀ ਪ੍ਰਸ਼ਨ ਸਾਡਾ ਗਲਤ ਹੋ ਜਾਂਦਾ, ਕਾਰਨ ਕੀ ਹੈ? ਕਿਉਂਕਿ ਅਸੀਂ ਸ਼ਬਦਾਵਲੀ ਨਹੀਂ ਪਕੜਦੇ ਇਹਦੀ। ਭਾਸ਼ਾ ਕਮਾਇਆ ਧਨ ਹੈ, ਭਾਸ਼ਾ ਜਿਹੜੀ ਉਹ ਕਮਾਈ ਜਾਂਦੀ ਹੈ, ਮਿਹਨਤ ਕੀਤੀ ਜਾਂਦੀ ਹੈ। ਭਾਸ਼ਾ ਨੂੰ ਸਿਖਾਉਣ ਵੇਲੇ ਅਧਿਆਪਕ ਕਿੰਨੀ ਮਿਹਨਤ ਕਰਦਾ ਹੈ, ਬੱਚਾ ਆਪ ਕਿੰਨਾ ਪ੍ਰਯਾਸ ਕਰਦਾ ਹੈ, ਹਾਂ, ਪਰ ਇਸ ਨੂੰ ਬੋਲਣ ਦੀ ਸ਼ਕਤੀ ਕੁਦਰਤੀ, ਅਰਥਾਤ ਬੋਲਣ ਦੀ ਕਲਾ ਸਾਨੂੰ ਕੁਦਰਤ ਵੱਲੋਂ ਪ੍ਰਾਪਤ ਹੁੰਦੀ ਹੈ। ਅਗਰ ਕੁਦਰਤ ਨੇ ਸਾਨੂੰ ਬੋਲਣ ਦੀ, ਹੁਣ ਬੋਲਣ ਦੀ ਕਲਾ ਦੇ ਵਿੱਚ ਤਾਂ ਕਿਸੇ ਦਾ ਕੋਈ ਹੱਥ ਨਹੀਂ ਨਾ, ਵੀ ਐਵੇਂ ਹੀ ਹੈ ਨਾ, ਵੀ ਬੋਲਣ ਦੀ ਕਲਾ ਤਾਂ ਸਾਨੂੰ ਕੁਦਰਤੀ ਤੌਰ ਤੇ ਪ੍ਰਾਪਤ ਹੈ। ਭਾਸ਼ਾ ਸਿੱਖਣਾ ਹੈ ਜਿਹੜਾ ਉਹ ਮਨੁੱਖ ਦੀ ਸੁਭਾਵਿਕ ਪ੍ਰਵਿਰਤੀ ਅਤੇ ਸ਼ਕਤੀ ਹੈ। ਦੇਖੋ ਜੀ, ਭਾਸ਼ਾ ਸਿੱਖਣਾ ਜਿਹੜੀ ਮਨੁੱਖ ਦੀ, ਭਾਸ਼ਾ ਆਪਣੇ ਆਪ ਦੇ ਵਿੱਚ ਕੀ ਹੈ? ਇੱਕ ਕਮਾਇਆ ਹੋਇਆ ਧਨ ਹੈ ਭਾਸ਼ਾ, ਪਰ ਇਸ ਨੂੰ ਜਦੋਂ ਸਿੱਖਣਾ ਹੈ ਉਹ ਮਨੁੱਖ ਦੀ ਸੁਭਾਵਿਕ ਪ੍ਰਵਿਰਤੀ ਅਤੇ ਸ਼ਕਤੀ ਹੈ। ਇਹਨੂੰ ਇਸ ਗੱਲ ਨੂੰ ਸਮਝੋ, ਦੋਨਾਂ ਚੀਜ਼ਾਂ ਨੂੰ, ਵੀ ਇੱਕ ਪਾਸੇ ਤਾਂ ਕਮਾਈ ਦੀ ਗੱਲ ਕਰੀ ਜਾਂਦਾ, ਇੱਕ ਪਾਸੇ ਸੁਭਾਵਿਕਤਾ ਦੀ ਗੱਲ ਕਰੀ ਜਾਂਦਾ ਹੈ ਨਾ। ਸੁਭਾਵਿਕਤਾ ਮਤਲਬ ਹੁੰਦਾ ਆਪਣੇ ਆਪ ਸਹਿਜ ਸੁਭਾਅ, ਪਰ ਇਸ ਚੀਜ਼ ਨੂੰ ਥੋੜਾ ਜਿਹਾ ਸਮਝਣਾ ਤੁਸੀਂ, ਥੋੜਾ ਜਿਹਾ ਕੰਪਲੀਕੇਟਡ ਥਿੰਗ ਹੈ ਇਹ। ਦੇਖੋ ਕਿਵੇਂ ਵੀ ਭਾਸ਼ਾ ਠੀਕ ਹੈ, ਇੱਕ ਗੱਲ ਹੈ ਵੀ ਕਮਾਇਆ ਹੋਇਆ ਧਨ ਹੈ, ਭਾਸ਼ਾ ਕਮਾਈ ਜਾਂਦੀ ਹੈ, ਮਿਹਨਤ ਕੀਤੀ ਜਾਂਦੀ ਹੈ, ਭਾਸ਼ਾ ਨੂੰ ਸਿੱਖਣ ਵਾਸਤੇ ਮਿਹਨਤ ਲੱਗਦੀ ਹੈ, ਹਾਂ ਠੀਕ ਹੈ, ਗੱਲ ਮੰਨ ਗਏ ਜੀ ਤੁਹਾਡੀ। ਪਰ ਭਾਸ਼ਾ ਸਿੱਖਣਾ ਮਨੁੱਖ ਦੀ ਸੁਭਾਵਿਕ ਪ੍ਰਵਿਰਤੀ ਅਤੇ ਸ਼ਕਤੀ ਹੈ। ਪਰ ਇਹਦੇ ਵਿੱਚ ਇਵੇਂ ਨਹੀਂ ਗਾ ਕਿ ਆਪਾਂ ਆਪਣਾ ਮਾਈਂਡ ਸੈੱਟ ਹੈ ਜਿਹੜਾ, ਸਾਡੀ ਜਿਹੜੀ ਬੁੱਧੀ ਹੈ, ਸਾਡੀ ਜਿਹੜੀ ਸੋਚਣ ਸ਼ਕਤੀ ਹੈ, ਆਪਾਂ ਉਸ ਚੀਜ਼ ਨੂੰ, ਮਤਲਬ ਕੀ ਹੈ ਕਿ ਉਹਦੇ ਵਿੱਚ ਕੋਈ ਆਪਾਂ ਬਦਲਾਵ ਕਰ ਸਕੀਏ। ਇਹਨੂੰ ਕਿਹਾ ਗਿਆ ਹੈ, ਉਹਨੂੰ ਜਿਹੜੀ ਸਾਡੀ ਸਿੱਖਣ ਵਾਲੀ ਸ਼ਕਤੀ ਹੈ, ਸਾਡੀ ਜਿਹੜੀ ਬੁੱਧੀ ਲੱਭਦੀ ਹੈ, ਸਾਡੀ ਜਿਹੜੀ IQ ਲੈਵਲ ਹੈ, ਉਹਨੂੰ ਭਾਸ਼ਾ ਸਿੱਖਣ ਦੀ ਮਨੁੱਖ ਦੀ ਸੁਭਾਵਿਕ ਪ੍ਰਵਿਰਤੀ ਦੱਸਿਆ ਗਿਆ ਹੈ। ਉਹ ਸ਼ਕਤੀ ਸੁਭਾਵਿਕ ਹੈ। ਭਾਸ਼ਾ ਸਿੱਖਣ ਵਿੱਚ ਸੁਭਾਵਿਕਤਾ ਦਾ ਸਿਧਾਂਤ ਦੇਖੋ ਜੀ ਕਿਵੇਂ ਕੰਮ ਕਰਦਾ ਹੈ। ਧਿਆਨ ਰੱਖਿਓ ਹਮੇਸ਼ਾ ਇੱਕ ਗੱਲ, ਅਗਰ ਪ੍ਰਸ਼ਨ ਪੁੱਛਿਆ ਜਾਵੇ ਬੱਚਾ ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਗ੍ਰਹਿਣ ਕਰਦਾ, ਤਾਂ ਹਮੇਸ਼ਾ ਇਹੀ ਉੱਤਰ ਰਹਿੰਦਾ ਕਿ ਬੱਚਾ ਸਭ ਤੋਂ ਪਹਿਲਾਂ ਮਾਂ ਬੋਲੀ ਨੂੰ, ਮਾਤ ਭਾਸ਼ਾ ਨੂੰ, ਮਾਤਰ ਭਾਸ਼ਾ ਨੂੰ, ਮਾਦਰੀ ਭਾਸ਼ਾ ਨੂੰ ਗ੍ਰਹਿਣ ਕਰਦਾ। ਮਾਤ ਭਾਸ਼ਾ ਨੂੰ ਬੱਚਾ ਸਿੱਖਦਾ ਕਿੱਥੇ? ਘਰ ਦੇ ਵਿੱਚ ਹੀ ਸਿੱਖ ਲੈਂਦਾ, ਅਨੁਕਰਨ ਕਰਕੇ, ਨਕਲ ਕਰਕੇ, ਹਾਂ, ਮੌਖਿਕ ਰੂਪ ਵਿੱਚ ਸਿੱਖਦਾ ਹੈ। ਧਿਆਨ ਰੱਖਿਓ, ਮਾਤ ਭਾਸ਼ਾ ਨੂੰ ਲਿਖਿਤ ਰੂਪ ਦੇ ਵਿੱਚ ਨਹੀਂ ਸਿੱਖਿਆ ਜਾਂਦਾ, ਬੱਚਾ ਅਨੁਕਰਨ ਕਰਦਾ। ਅਨੁਕਰਨ ਕਰਨ ਦਾ ਤਰੀਕਾ ਕੀ ਹੈ ਉਹਦਾ? ਮੌਖਿਕ ਰੂਪ ਵਿੱਚ। ਮੌਖਿਕਤਾ ਦੇ ਵਿੱਚ ਦੇਖੋ, ਮੌਖਿਕ ਸ਼ਬਦ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ। ਮੌਖਿਕ ਸ਼ਬਦ ਦੇ ਵਿੱਚ ਦੋ ਚੀਜ਼ਾਂ ਆਉਣਗੀਆਂ, ਸੁਣਨਾ ਬੋਲਣਾ, ਸੁਣਨਾ ਬੋਲਣਾ, ਸੁਣਨਾ ਬੋਲਣਾ। ਅਗਰ ਬੱਚਾ ਸੁਣੇਗਾ ਤਾਂ ਹੀ ਬੋਲੇਗਾ। ਮੈਂ ਤੁਹਾਨੂੰ ਦੱਸਿਆ ਸੀ ਨਾ ਇੱਕ ਜਮਾਤ ਦੇ ਵਿੱਚ ਕਿ ਅਗਰ ਤੁਸੀਂ ਸੰਪ੍ਰੇਖਣ, ਤੁਸੀਂ ਕਹਿੰਦੇ ਹੋ ਵੀ ਅਧੂਰਾ ਨਾ ਰਵੇ, ਸੰਪ੍ਰੇਖਣ ਪੂਰਾ ਹੋਵੇ। ਸੰਪ੍ਰੇਖਣ ਜਿਹੜੀ ਉਹ ਕਿਰਿਆ ਉਹ 2 ਵੇ ਹੈ, 2 ਰਸਤੇ ਹੈ ਉਹਦੇ, ਇੱਕ ਹੈਗਾ ਸੁਣਨਾ, ਇੱਕ ਹੈਗਾ ਬੋਲਣਾ। ਅਗਰ ਮੰਨ ਲਓ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਆਪਾਂ ਉਹਦੀ ਗੱਲ ਸੁਣ ਰਹੇ ਹਾਂ, ਅੱਗੋਂ ਉਸ ਚੀਜ਼ ਦਾ ਪ੍ਰਤੀ ਉੱਤਰ ਨਹੀਂ ਕਰ ਰਹੇ, ਰਿਐਕਸ਼ਨ ਨਹੀਂ ਦੇ ਰਹੇ, ਤਾਂ ਉਹਦੇ ਵਿੱਚ ਕੀ ਹੈ, ਉਹ ਸਾਡਾ ਵਿਚਾਰ ਵਟਾਂਦਰਾ ਜਿਹੜਾ ਉਹ ਨਹੀਂ ਮੰਨਿਆ ਜਾਊਗਾ।
ਦੂਸਰੇ ਤਰੀਕੇ ਦੇ ਵਿੱਚ ਇਹਨੂੰ ਗੱਲ ਸਮਝੀਏ ਵੀ ਆਪਾਂ ਬੋਲ ਰਹੇ ਆ, ਅਗਲਾ ਆਪਣੀ ਕੋਈ ਗੱਲ ਦਾ ਰਿਪਲਾਈ ਨਹੀਂ ਕਰ ਰਿਹਾ, ਤਾਂ ਉਹਦੇ ਵਿੱਚ ਵੀ ਸਾਡਾ ਇਹ ਜਿਹੜਾ ਸਾਡਾ ਵਿਚਾਰ ਵਟਾਂਦਰਾ ਸੰਪਰੇਖਣ ਕਮਿਊਨੀਕੇਸ਼ਨ ਵਾਲਾ ਸਿਧਾਂਤ ਹੈ ਉੱਥੇ ਫਿਰ ਟੁੱਟ ਜਾਂਦਾ ਹੈ। ਤੇ ਹੁਣ ਇਹਦੇ ਵਿੱਚ ਦੇਖੋ ਮੌਖਿਕ ਰੂਪ ਦੇ ਵਿੱਚ ਹੀ ਸਿੱਖੇਗਾ ਬੱਚਾ, ਸੁਣੇਗਾ, ਆਪਣੇ ਮਾਤਾ ਪਿਤਾ ਕੋਲੋਂ ਗੱਲਾਂ ਸੁਣੇਗਾ, ਸ਼ਬਦਾਵਲੀ ਸੁਣੇਗਾ, ਪਰਿਵਾਰ ਦੇ ਵਿੱਚ ਸੰਬੰਧੀ ਆ ਉਹਦੇ ਜਿਹੜੇ ਨਾਲਲੇ ਜੀ ਆ, ਪਰਿਵਾਰ ਦੇ ਮੈਂਬਰ ਆ ਜਿਹੜੇ, ਉਹਨਾਂ ਤੋਂ ਸ਼ਬਦਾਵਲੀ ਸੁਣੇਗਾ, ਗ੍ਰਹਿਣ ਕਰੇਗਾ ਤੇ ਉਸ ਨੂੰ ਨਕਲ ਦੇ ਦੁਆਰਾ ਬੋਲੇਗਾ। ਮਾਤਰ ਭਾਸ਼ਾ ਸਿੱਖਣ ਦਾ ਇਹ ਸੁਭਾਵਿਕ ਸਿਧਾਂਤ ਹੈ। ਅੱਛਾ ਅੱਗੇ ਦੇਖੋ ਜੀ, ਹੁਣ ਸੁਭਾਵਿਕ ਚੀਜ਼ ਹੈ, ਬਿਲਕੁਲ ਐਵੇਂ ਹੀ ਕਰੇਗਾ, ਇਹਦੇ ਵਿੱਚ ਕੋਈ ਬਦਲਾਵ ਨਹੀਂ ਹੋ ਸਕਦਾ। ਦੇਖ ਲਓ ਕੋਈ ਬਦਲਾਵ ਹੈ ਇਹਦੇ ਵਿੱਚ? ਨਾ ਜੀ, ਕੋਈ ਚੇਂਜ ਨਹੀਂ ਹੁੰਦਾ, ਸੁਭਾਵਿਕ ਹੈ, ਬਸ ਸੁਭਾਵ ਦੇ ਵਿੱਚ ਹੈ। ਭਾਸ਼ਾ ਸਿੱਖਿਆ ਵਿੱਚ ਸਭ ਤੋਂ ਪਹਿਲਾਂ ਸੁਣਨਾ ਅਤੇ ਬੋਲਣਾ ਸਮਝਣਾ ਆਉਂਦਾ ਹੈ ਅਤੇ ਬਾਅਦ ਦੇ ਵਿੱਚ ਆਉਂਦਾ ਪੜ੍ਹਨਾ ਤੇ ਲਿਖਣਾ। ਦੇਖ ਲਓ, ਧਿਆਨ ਰੱਖਿਓ, ਭਾਸ਼ਾ ਸਿੱਖਿਆ ਵਿੱਚ ਸਭ ਤੋਂ ਪਹਿਲਾਂ ਸੁਣਨਾ, ਪਹਿਲਾਂ ਤਾਂ ਸੁਣ ਕੇ ਸਮਝਣਾ, ਫਿਰ ਬੋਲ ਕੇ ਸਮਝਣਾ। ਦੋਨਾਂ ਚੀਜ਼ਾਂ ਨੇ, ਸਮਝਣ ਦੀ ਕਿਰਿਆ ਦੋਨਾਂ ਦੇ ਵਿੱਚ ਨਾਲ ਨਾਲ ਚੱਲੂਗੀ। ਅਗਰ ਸਮਝ ਨਹੀਂ ਰਿਹਾ ਤਾਂ ਨਾ ਤਾਂ ਸੁਣਨਾ ਸਿੱਖੇਗਾ ਨਾ ਬੋਲਣਾ ਸਿੱਖੇਗਾ। ਅਗਰ ਉਹਨੂੰ ਪਤਾ ਹੀ ਨਹੀਂ ਕਿ ਮੈਂ ਸੁਣ ਕੀ ਰਿਹਾ ਤਾਂ ਫਿਰ ਉਹਨੂੰ ਇਹ ਵੀ ਨਹੀਂ ਪਤਾ ਲੱਗੂਗਾ ਕਿ ਮੈਂ ਬੋਲਣਾ ਕੀ ਹੈ। ਇਹ ਗੱਲ ਨੂੰ ਥੋੜਾ ਜਿਹਾ ਰੱਖਿਓ ਦਿਮਾਗ ਦੇ ਵਿੱਚ, ਪਹਿਲਾਂ ਸੁਣਨਾ ਸਮਝਣਾ ਫਿਰ ਬੋਲਣਾ ਸਮਝਣਾ ਹੁੰਦਾ ਹੈ ਅਤੇ ਫਿਰ ਪੜ੍ਹਨਾ ਲਿਖਣਾ। ਕਈ ਵਾਰੀ ਨਾ ਆਪਸ਼ਨ ਦੇ ਵਿੱਚ ਐਗਜ਼ਾਮੀਨਰ ਐਵੇਂ ਪਾ ਦਿੰਦਾ, ਹਾਂਜੀ ਇਹਦੇ ਵਿੱਚੋਂ ਸਹੀ ਚੁਣੋ ਜੀ, ਉਹਦੇ ਵਿੱਚ ਕੀ ਲਿਖਦਾ, ਮੰਨ ਲਓ 2 ਹੀ ਆਪਸ਼ਨ ਬੋਲੂਗਾ ਮੈਂ, 2 ਹੀ ਆਪਸ਼ਨ ਮੰਨ ਲਓ, ਕਿਉਂਕਿ 4 ਆਪਸ਼ਨ ਦਿੱਤੇ ਹੁੰਦੇ, ਮੈਂ ਉਹਦੇ ਵਿੱਚੋਂ 2 ਆਪਸ਼ਨ ਤੁਹਾਨੂੰ ਬੋਲ ਕੇ ਵਿਖਾਉਣਾ। ਉਹ ਕਹਿ ਦਿੰਦਾ ਜੀ ਪਹਿਲਾਂ ਸੁਣਨਾ ਅਤੇ ਬੋਲਣਾ ਆਉਂਦਾ ਹੈ, ਫਿਰ ਕਹਿ ਦਿੰਦਾ ਹੈ ਪਹਿਲਾਂ ਸੁਣ ਕੇ ਸਮਝਣਾ ਅਤੇ ਬੋਲ ਕੇ ਸਮਝਣਾ ਆਉਂਦਾ ਹੈ। ਹੁਣ ਕਿਉਂਕਿ ਸਮਝਣ ਦੀ ਪ੍ਰਕਿਰਿਆ ਨਾਲ ਨਾਲ ਚੱਲੂਗੀ। ਅਗਰ ਬੱਚਾ ਕਿਸੇ ਦੀ ਗੱਲ ਨੂੰ ਸੁਣ ਰਿਹਾ ਹੈ, ਉਸ ਨੂੰ ਸਮਝ ਨਹੀਂ ਰਿਹਾ, ਤਾਂ ਇਹਦਾ ਮਤਲਬ ਕੀ ਹੈ ਕਿ ਉਹ ਬੱਚਾ ਜੋ ਬੋਲੇਗਾ ਉਹ ਵੀ ਉਹਨੂੰ ਪਤਾ ਨਹੀਂ ਲੱਗੇਗਾ ਕਿ ਮੈਂ ਕੀ ਬੋਲਣਾ ਹੈ। ਸੋ ਇਹ ਗੱਲ ਥੋੜੀ ਜਿਹੀ ਰੱਖਣੀ ਧਿਆਨ ਦੇ ਵਿੱਚ। ਆਪਾਂ ਬੱਚਾ ਪਹਿਲਾਂ ਧੁਨੀਆਂ ਨੂੰ ਸੁਣਦਾ ਹੈ, ਫਿਰ ਅਨੁਕਰਨ ਦੁਆਰਾ ਬੋਲਦਾ ਹੈ। ਧਿਆਨ ਰੱਖਿਓ, ਕਿਉਂਕਿ ਸੁਣਨ ਦੀ ਇਕਾਈ ਕੀ ਹੈ? ਧੁਨੀਆਂ ਹੀ ਤਾਂ ਹੈ। ਸੁਣਨ ਦੀ ਇਕਾਈ ਸਾਡੀਆਂ ਧੁਨੀਆਂ ਹੀ ਹੈ ਨਾ। ਬੋਲਣ ਦੀ ਇਕਾਈ ਅਸੀਂ ਕਹਿੰਦੇ ਹਾਂ ਵਾਕ ਹੈ, ਪੜ੍ਹਨ ਦੀ ਇਕਾਈ ਸਾਡੀ ਸ਼ਬਦ ਹੈ, ਲਿਖਣ ਦੀ ਇਕਾਈ ਸਾਡੀ ਅੱਖਰ ਹੈ। ਤੇ ਹੁਣ ਇਹਦੇ ਵਿੱਚ ਕੀ ਹੈ ਵੀ ਪਹਿਲਾਂ ਧੁਨੀਆਂ ਨੂੰ ਬੱਚਾ ਸੁਣੇਗਾ, ਫਿਰ ਅਨੁਕਰਨ ਦੁਆਰਾ ਬੋਲੇਗਾ। ਮੰਨ ਲਓ ਉਹਦੀ ਸੁਣਨ ਸ਼ਕਤੀ ਹੈ ਨਹੀਂ, ਬੱਚਾ ਧੁਨੀਆਂ ਨੂੰ ਨਹੀਂ ਸੁਣ ਰਿਹਾ, ਨਾ ਤਾਂ ਉਹ ਅਨੁਕਰਨ ਕਰੇਗਾ ਨਾ ਉਹ ਬੋਲੇਗਾ। ਗੱਲ ਹੀ ਉੱਥੇ ਖਤਮ ਹੋ ਗਈ ਕਿ ਅਗਰ ਬੱਚਾ ਧੁਨੀਆਂ ਨੂੰ ਨਹੀਂ ਸੁਣ ਰਿਹਾ ਤਾਂ ਉਹ ਅਨੁਕਰਨ ਨਹੀਂ ਕਰੇਗਾ, ਭਾਸ਼ਾ ਉਹਦੇ ਵਿੱਚ ਡਿਵੈਲਪ ਨਹੀਂ ਹੋਏਗਾ, ਬੱਚਾ ਭਾਸ਼ਾਹੀਣ ਹੋ ਜਾਊਗਾ। ਬੋਲਣ ਤੋਂ ਪਹਿਲਾਂ ਹੁੰਦਾ ਜੀ ਉਚਾਰਨ। ਅਗਰ ਮੰਨ ਲਓ ਆਇਆ ਜਾਵੇ, ਅਗਰ ਕਿ ਬੋਲਣ ਤੋਂ ਪਹਿਲਾਂ ਉਚਾਰਨ ਆਉਂਦਾ। ਤੁਸੀਂ ਕਦੇ ਦੇਖ ਲਿਓ, ਆਪਾਂ ਮੰਨ ਲਓ ਚਾਰੇ ਭਾਸ਼ਾ ਕੌਸ਼ਲਾਂ ਬਾਰੇ ਪੜ੍ਹਦੇ ਹੋਈਏ, ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ। ਜਦੋਂ ਆਪਾਂ ਸੁਣਨ ਬਾਰੇ ਪੜ੍ਹ ਲਾਂਗੇ ਫਿਰ ਆਪਾਂ ਉਚਾਰਨ ਬਾਰੇ ਪੜ੍ਹਾਂਗੇ, ਕਿਉਂਕਿ ਜਦੋਂ ਸਕੂਲੀ ਸਿੱਖਿਆ ਦੇ ਵਿੱਚ, ਰਸਮੀ ਸਿੱਖਿਆ ਦੇ ਵਿੱਚ ਜਦੋਂ ਆਪਾਂ ਵਿਦਿਆਰਥੀ ਨੂੰ ਭਾਸ਼ਾ ਸਿਖਾਉਂਦੇ ਆ ਤਾਂ ਉਦੋਂ ਉਚਾਰਨ ਦੀ ਸਿੱਖਿਆ ਉਹਨੂੰ ਨਾਲ ਨਾਲ ਦਿੱਤੀ ਜਾਂਦੀ ਹੈ। ਅਗਰ ਉਸ ਦਾ ਕੋਈ ਉਚਾਰਨ ਦੋਸ਼ ਉਹਦੇ ਵਿੱਚ ਰਹਿ ਗਿਆ ਤੇ ਸਾਰੀ ਉਮਰ ਉਹ ਇਸ ਤਰ੍ਹਾਂ ਹੀ ਰਹੇਗਾ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜਿਹੜਾ ਉਦੋਂ ਹੀ ਨਾਲ ਨਾਲ ਲਿਆ ਜਾਂਦਾ ਹੈ ਜਦੋਂ ਬੱਚਾ ਦੇਖੋ ਜੀ ਬੋਲਣਾ ਸ਼ੁਰੂ ਕਰਦਾ ਹੈ, ਤੇ ਉਸ ਦੇ ਨਾਲ ਨਾਲ ਹੀ ਉਹਦਾ ਰਸਮੀ ਸਿੱਖਿਆ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਸਕੂਲੀ ਸਿੱਖਿਆ ਦੇ ਵਿੱਚ ਸ਼ੁੱਧ ਉਚਾਰਨ ਦੇ ਉੱਪਰ ਖਾਸ ਧਿਆਨ ਦਿੱਤਾ ਜਾਂਦਾ ਹੈ। ਇਸ ਕਰਕੇ ਅਧਿਆਪਕ ਦੇ ਬਹੁਤ ਸਾਰੇ ਗੁਣ ਹੁੰਦੇ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਬੜਾ ਇੰਪੋਰਟੈਂਟ ਗੁਣ ਹੈ ਜਿਹੜਾ ਹੈਗਾ ਕਿ ਜਿਹੜਾ ਵੀ ਕੋਈ ਅਧਿਆਪਕ ਹੈ ਕਿਸੇ ਵੀ ਭਾਸ਼ਾ ਦਾ, ਤਾਂ ਉਹ ਭਾਸ਼ਾ ਅਧਿਆਪਕ ਹੈ ਜਿਹੜਾ ਉਸ ਨੂੰ ਸ਼ੁੱਧ ਬੋਲਣਾ ਆਉਣਾ ਚਾਹੀਦਾ ਹੈ, ਉਹਦਾ ਉਚਾਰਨ ਸ਼ੁੱਧ ਹੋਣਾ ਚਾਹੀਦਾ ਹੈ। ਅਗਰ ਉਹ ਸ਼ੁੱਧ ਉਚਾਰਨ ਨਹੀਂ ਕਰ ਰਿਹਾ ਤਾਂ ਬੱਚੇ ਵੀ ਉਵੇਂ ਹੀ ਉਚਾਰਨ ਕਰਨਗੇ ਜਿਵੇਂ ਉਹ ਕਰ ਗਿਆ। ਅਸ਼ੁੱਧ ਉਚਾਰਨ ਹੈ ਨਾ ਵੀ। ਹੁਣ ਆਪਾਂ ਕਈ ਵਾਰੀ ਵੈਸੇ ਹੀ ਤੁਸੀਂ ਦੇਖ ਲਿਓ, ਕਈ ਹੁਣ ਅੱਜ ਕੱਲ੍ਹ ਟ੍ਰੈਂਡ ਬੜਾ ਚੱਲੀ ਜਾਂਦਾ ਵੀ ਹਰ ਕੋਈ ਚਾਹੁੰਦਾ ਹੈ ਕਿ ਮੈਂ ਵੀ ਮਤਲਬ ਕਿ ਐਜੂਕੇਸ਼ਨ, ਆਨਲਾਈਨ ਐਜੂਕੇਸ਼ਨ ਵਾਲਾ ਸਿਸਟਮ ਬੜਾ ਚੱਲੀ ਜਾਂਦਾ ਹੈ ਨਾ। ਤੇ ਉਹ ਕੀ ਹੈ ਵੀ ਕਈ ਪੰਗਾ ਲੈ ਜਾਂਦੇ ਆ ਆਨਲਾਈਨ ਐਜੂਕੇਸ਼ਨ ਦੇ ਵਿੱਚ, ਤੇ ਉਦੋਂ ਕੀ ਹੁੰਦਾ ਜੀ, ਤੇ ਫਿਰ ਉਦੋਂ ਮੰਨ ਲਓ ਵੀ ਕਿਸੇ ਨੇ ਵੈਸੇ ਹੀ ਕਹਿਤਾ ਵੀ ਤੂੰ ਤਾਂ ਬੜਾ ਵਧੀਆ ਪੜ੍ਹਾ ਲੇਗਾ, ਕੋਈ ਦਿੱਕਤ ਨਹੀਂ, ਪੜਾਓ ਕੋਈ ਨਹੀਂ, ਕਰੋ ਸ਼ੁਰੂ। ਵੀ ਫਲਾਨਾ ਪੜ੍ਹਾ ਗਿਆ ਨਾ, ਕਿਵੇਂ ਪੜ੍ਹਾਉਂਦਾ, ਤੁਸੀਂ ਵੀ ਪੜ੍ਹਾ ਸਕਦੇ ਹੋ ਜੀ। 2-4 ਜਣੇ ਨੇ ਮਾਰਤੇ ਪੰਪ, ਤੇ ਉਦੋਂ ਕੀ ਹੁੰਦੀ ਆ ਹਾਲਤ, ਤੇ ਉਦੋਂ ਦੇਖ ਲਿਓ ਤੁਸੀਂ, ਕਈ ਵਾਰੀ ਹੋ ਜਾਂਦਾ, ਤੁਸੀਂ ਦੇਖ ਲਿਓ ਕਈ ਵਾਰੀ, ਮੈਂ ਕਈ ਵਾਰੀ ਸਾਡੀ ਟੀਮ ਕਈ ਵਾਰੀ ਅਸੀਂ ਕਰਦੀ ਰਹਿੰਦੇ ਹਾਂ ਥੋੜ੍ਹੀ ਬਹੁਤੀ ਖੋਜ ਸਰਚ, ਤਾਂ ਉਦੋਂ ਕਈ ਵਾਰੀ ਇਹੋ ਜਿਹੀ ਵੀਡੀਓਜ਼ ਜਾਂ ਇਹੋ ਜਿਹੇ ਕੋਈ ਟੀਚਰ ਹੈਗੇ ਆ ਭਲੇ ਮਾਨਸ ਜਿਹੇ ਵਿਚਾਰੇ ਜਿਹੜੇ ਸਾਡੇ ਸਾਹਮਣੇ ਆ ਜਾਂਦੇ ਆ,
ਤੇ ਹੁਣ ਜਿਵੇਂ ਆਪਾਂ ਵੈਸੇ ਹੀ ਆਪਾਂ ਨਾਰਮਲੀ ਹੈ ਨਾ ਵੀ ਬਾਹਲਾ ਦੂਰ ਕੀ ਜਾਣਾ, ਵੀ ਬੱਚੇ ਨੂੰ ਸਭ ਤੋਂ ਪਹਿਲਾਂ ਆਪਾਂ ਸਕੂਲ ਦੇ ਵਿੱਚ ਵਰਣਮਾਲਾ ਸਿਖਾਉਂਦੇ ਹਾਂ। ਤਾਂ ਵਰਣਮਾਲਾ ਦੇ ਵਿੱਚ ਆਪਾਂ ਬੱਚੇ ਨੂੰ ਕੀ ਕਰਦੇ ਹਾਂ, ਸ਼ੁਰੂ ਕਰਦੇ ਹਾਂ ਵੀ ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਘੱਗਾ ngੰਗਾ। ਆਪਾਂ ਬੱਚੇ ਨੂੰ ਬੜੇ ਹਨਾ, ਕਿਉਂਕਿ ਉਹਦੇ ਨਾਲ ਕੀ ਹੋਊਗਾ, ਜਦੋਂ ਆਪਾਂ ਬੱਚੇ ਨੂੰ ਕਈ ਔਖੇ ਸ਼ਬਦ ਆ ਪੰਜਾਬੀ ਦੇ ਵਿੱਚ, ਕਈ ਅੱਖਰ ਔਖੇ ਆ, ਕਈਆਂ ਦੀਆਂ ਧੁਨੀਆਂ ਬੋਲਣ ਦੇ ਵਿੱਚ ਹਾਰਡ ਹੈ, ਤਾਂ ਉਹ ਅਗਰ ਬੱਚਾ ਬੋਲਣਾ ਉਹਨੂੰ ਸਿੱਖੇਗਾ ਤਾਂ ਉਹਦੀ ਜਿਹੜੇ ਮਤਲਬ ਕੰਠ ਤੇ ਉਹਦੇ ਨਾਲ ਸੰਬੰਧਿਤ ਅੰਗ ਹੈ ਜਿਹੜੇ, ਉਹਨਾਂ ਦਾ ਵਿਕਾਸ ਵੀ ਤਾਂ ਹੋਊਗਾ। ਉਹਨੂੰ ਹਾਰਡ ਧੁਨੀ ਹੈ ਜਿਹੜੀ, ਔਖੀ ਧੁਨੀ ਉਹਨੂੰ ਬੋਲਣੀ ਆਊਗੀ। ਤਾਂ ਉਹ ਕਈ ਵਾਰੀ ਐਵੇਂ ਮਤਲਬ ਉਹ ਵੀਡੀਓ ਵੇਖੀ ਜਾਂਦਾ ਸੀ ਮੈਂ, ਤੇ ਉਹਦੇ ਵਿੱਚ ਉਹ ਊੜਾ ਐੜਾ ਈੜੀ ਸੱਸਾ ਹਾ ਕੱਕਾ ਖੱਖਾ ਗੱਗਾ ਘੱਗਾ ਨੀਂਗਾ, ਤੇ ਉਹ ਜੀ ਨੀਂਗਾ ਕੇ ਮੈਂ ਕਿਹਾ ਵੀ ਇਹ ਤਾਂ ਮੈਂ ਪਹਿਲੀ ਵਾਰੀ ਸੁਣਿਆ ਅੱਖਰ। ngੰਗਾ ਤਾਂ ਮੈਂ ਸੁਣਿਆ ਸੀਗਾ, ngੰਗਾ ਤੇ ਅਸੀਂ ਆਪ ਪੜ੍ਹਿਆ, ਤੇ ਇਹ ਨੀਂਗਾ ਕੋਈ ਪਹਿਲੀ ਵਾਰੀ ਆਇਆ। ਤੇ ਉਸ ਤੋਂ ਬਾਅਦ ਇੱਕ ਹੋਰ ਟੈਂਕਾ ਠੈਠਾ, ਵੀ ਟੈਂਕਾ ਆਪਾਂ ਟੈਂਕੇ ਤੋਂ ਬਾਅਦ ਕੀ ਪੜ੍ਹਦੇ ਹਾਂ, ਆਪਾਂ ਪੜ੍ਹਦੇ ਹਾਂ ਵੀ ਟੈਂਕਾ ਠੱਠਾ ਡੱਡਾ ਢੱਡਾ ਨਾਣਾ। ਤੇ ਉਹਦੇ ਵਿੱਚ ਕੀ ਵੀ ਉਹ ਪਤਾ ਨਹੀਂ ਵਿਚਾਰਾ, ਚਲੋ ਠੀਕ ਹੈ ਕੋਈ ਨਹੀਂ। ਮੈਂ ਗੱਲ ਕਰ ਰਿਹਾ ਸੀਗਾ ਵੀ ਆਪਣੀ ਭਾਸ਼ਾ ਉਚਾਰਨ ਦੀ, ਅਗਰ ਇੱਕ ਅਧਿਆਪਕ ਦਾ ਇੱਕ ਜ਼ਰੂਰੀ ਅਹਿਮ ਗੁਣ ਹੈ ਉਹ ਇਹ ਹੈ ਕਿ ਅਧਿਆਪਕ ਆਪਣੀ ਭਾਸ਼ਾ ਉਚਾਰਨ ਨੂੰ ਸ਼ੁੱਧ ਰੱਖੇ, ਭਾਸ਼ਾ ਉਚਾਰਨ ਨੂੰ। ਕਿਉਂਕਿ ਵਿਦਿਆਰਥੀਆਂ ਦੇ ਸਾਹਮਣੇ ਸਭ ਤੋਂ, ਵਿਦਿਆਰਥੀ ਦੀ ਕੀ ਪ੍ਰਵਿਰਤੀ ਹੈ, ਅਨੁਕਰਨ ਕਰਨਾ, ਨਕਲ ਕਰਨੀ। ਉਹਦੇ ਸਾਹਮਣੇ ਸਭ ਤੋਂ ਵਧੀਆ ਮਾਡਲ ਅਨੁਕਰਨ ਕਰਨ ਵਾਸਤੇ ਉਹ ਹੈਗਾ ਅਧਿਆਪਕ। ਅਧਿਆਪਕ ਦੀ ਨਕਲ ਕਰੂਗਾ ਸਕੂਲ ਦੇ ਵਿੱਚ ਤਾਂ ਅਧਿਆਪਕ ਜਿਵੇਂ ਬੋਲੂਗਾ ਵਿਦਿਆਰਥੀ ਉਸ ਚੀਜ਼ ਨੂੰ ਸੁਣ ਕੇ ਉਵੇਂ ਹੀ ਗ੍ਰਹਿਣ ਕਰੇਗਾ। ਇਸ ਕਰਕੇ ਜਦੋਂ ਖਾਸ ਕਰਕੇ ਆਪਾਂ ਪੰਜਾਬੀ ਭਾਸ਼ਾ ਦੇ ਅਧਿਆਪਕ ਦੀ ਗੱਲ ਕਰੀਏ ਜਾਂ ਕਿਸੇ ਵੀ ਭਾਸ਼ਾ ਦੇ ਅਧਿਆਪਕ ਦੀ ਗੱਲ ਕਰੀਏ, ਤਾਂ ਉਦੋਂ ਕੀ ਹੈ ਜੀ, ਉਦੋਂ ਸਾਨੂੰ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਆਪਾਂ ਜਿਵੇਂ ਕਿਸੇ ਨੂੰ ਸਿਖਾਤਾ ਅਗਲੇ ਨੇ ਉਵੇਂ ਹੀ ਸਿੱਖ ਜਾਣਾ। ਥੋੜ੍ਹਾ ਜਿਹਾ ਇਸ ਚੀਜ਼ 'ਤੇ ਆਪਾਂ ਨੂੰ ਗੌਰ ਕਰਨ ਦੀ ਲੋੜ ਹੁੰਦੀ ਹੈ। ਤੁਸੀਂ ਵੀ ਮੰਨ ਲਓ ਭਾਸ਼ਾ ਅਧਿਆਪਕ ਕੱਲ੍ਹ ਨੂੰ ਬਣੇ ਤਾਂ ਤੁਸੀਂ ਥੋੜ੍ਹਾ ਜਿਹਾ ਜ਼ਰੂਰ ਇਸ ਗੱਲ 'ਤੇ ਜ਼ਰੂਰ ਧਿਆਨ ਦੇਣਾ, ਕਿਉਂਕਿ ਇਹਦੇ ਨਾਲ ਮੰਨ ਲਓ ਜਿਹੜਾ ਗਲਤ ਕਮਿਊਨੀਕੇਸ਼ਨ ਹੋ ਗਈ, ਕੋਈ ਚੀਜ਼ ਗਲਤ ਅੱਗੇ ਟਰਾਂਸਫਰ ਹੋ ਗਈ, ਫਿਰ ਗਲਤ ਹੀ ਰਹਿੰਦੀ ਹੈ। ਥੋੜ੍ਹਾ ਜਿਹਾ ਰੱਖਿਆ ਕਰੋ, ਇਸ ਚੀਜ਼ ਦਾ ਖਿਆਲ ਰੱਖਿਓ ਤੁਸੀਂ ਵੀ। ਹਾਂਜੀ, ਮੂਲ ਰੂਪ ਵਿੱਚ ਬੱਚਾ ਜਿਹੜਾ ਉਹ ਮੌਖਿਕ ਭਾਸ਼ਾ ਘਰ ਵਿੱਚ ਸਿੱਖਦਾ ਹੈ ਅਤੇ ਲਿਖਿਤ ਭਾਸ਼ਾ ਸਕੂਲ ਵਿੱਚ ਗ੍ਰਹਿਣ ਕਰਦਾ ਹੈ। ਧਿਆਨ ਰੱਖਿਓ ਗੱਲ ਨੂੰ, ਮੌਖਿਕ ਭਾਸ਼ਾ ਬੱਚੇ ਦੀ ਪਹਿਲਾਂ ਹੀ ਡਿਵੈਲਪ ਹੋ ਚੁੱਕੀ ਹੁੰਦੀ ਹੈ, ਘਰ ਦੇ ਵਿੱਚ ਹੀ ਹੋ ਚੁੱਕੀ ਹੁੰਦੀ ਹੈ ਨਾ। ਕਿਵੇਂ? ਮੌਖਿਕ ਦਾ ਮਤਲਬ ਸੁਣਨਾ ਅਤੇ ਬੋਲਣਾ। ਬੱਚਾ ਸੁਣਨਾ ਅਤੇ ਬੋਲਣਾ ਅਤੇ ਸਮਝਣਾ ਨਾਲ ਇਹ ਦੋਨੋਂ ਜਿਹੜੇ ਭਾਸ਼ਾ ਕੌਸ਼ਲ ਆ ਉਹਨਾਂ ਦਾ ਬੱਚੇ ਦਾ ਵਿਕਾਸ ਹੋ ਚੁੱਕਿਆ ਹੁੰਦਾ ਹੈ। ਵੀ ਕਿਤੇ ਨਾ ਕਿਤੇ ਇਹਦਾ ਬੱਚੇ ਦਾ ਵਿਕਾਸ ਹੈ ਜਿਹੜਾ ਉਹ ਅੱਛਾ ਹੋ ਚੁੱਕਿਆ ਹੁੰਦਾ ਦੋਨਾਂ ਭਾਸ਼ਾਈ ਕੌਸ਼ਲਾਂ ਦਾ। ਅਗਰ ਉਸ ਦਾ ਵਿਕਾਸ ਨਹੀਂ ਹੈ ਤਾਂ ਉਹ ਜਿਹੜਾ ਬੱਚਾ ਜਿਹੜਾ ਜਦੋਂ ਸਕੂਲੀ ਸਿੱਖਿਆ ਗ੍ਰਹਿਣ ਕਰਨ ਜਾਊਗਾ, ਸਕੂਲ ਦੇ ਵਿੱਚ ਜਾਊਗਾ, ਤਾਂ ਉਸ ਨੂੰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਊਗਾ। ਇਸ ਕਰਕੇ ਬੱਚੇ ਦਾ ਮੌਖਿਕ ਵਿਕਾਸ ਹੈ ਜਿਹੜਾ ਉਹ ਇੱਥੇ ਸ਼ੁਰੂ ਹੋ ਜਾਂਦਾ, ਘਰ ਦੇ ਵਿੱਚ ਹੀ। ਸੁਣਨਾ ਤੇ ਬੋਲਣਾ ਦੋਨੋਂ ਚੀਜ਼ਾਂ ਬੱਚਾ ਗ੍ਰਹਿਣ ਕਰ ਚੁੱਕਿਆ ਹੁੰਦਾ ਹੈ, ਪਰ ਪੜ੍ਹਨਾ ਤੇ ਲਿਖਣਾ ਇਹ ਰਸਮੀ ਸਿੱਖਿਆ ਦੇ ਨਾਲ ਸੰਬੰਧਿਤ ਹੈ, ਸਕੂਲੀ ਸਿੱਖਿਆ ਦੇ ਨਾਲ ਸੰਬੰਧਿਤ ਹੈ। ਦੇਖੋ, ਮੌਖਿਕ ਰੂਪ ਹੈ ਭਾਸ਼ਾ ਦਾ, ਜਿਹੜਾ ਮੌਖਿਕ ਭਾਸ਼ਾ ਹੈ ਜਿਹੜੀ ਉਸ ਦਾ ਸੰਬੰਧ ਤਾਂ ਹੈਗਾ ਗੈਰ ਰਸਮੀ ਅਧਿਆਪਨ ਦੇ ਨਾਲ, ਮਤਲਬ ਘਰ ਦੇ ਵਿੱਚ। ਪਰ ਜਿਹੜੀ ਲਿਖਿਤ ਭਾਸ਼ਾ ਹੈ ਉਹਦੇ ਵਿੱਚ ਪੜ੍ਹਨਾ ਤੇ ਲਿਖਣਾ ਇਹ ਹੈਗਾ ਜੀ ਸਾਡਾ ਰਸਮੀ ਸਿੱਖਿਆ ਦੇ ਨਾਲ ਇਹਦਾ ਸੰਬੰਧ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਕੂਲੀ ਸਿੱਖਿਆ। ਇਹ ਸੁਭਾਵਿਕਤਾ ਦੇ ਸਿਧਾਂਤ ਹੈ ਜੀ। ਭਾਸ਼ਾਈ ਕੌਸ਼ਲਾਂ ਦਾ ਕ੍ਰਮ ਕੀ ਹੈ? ਸੁਣਨਾ ਤੇ ਸਮਝਣਾ, ਬੋਲਣਾ, ਫਿਰ ਪੜ੍ਹਨਾ ਤੇ ਫਿਰ ਲਿਖਣਾ। ਠੀਕ ਹੈ ਜੀ। ਹਾਂ, ਭਾਸ਼ਾ ਦੇ ਆਗੇ ਜੀ ਦੋ ਰੂਪ ਅੱਗੇ ਦੇਖੋ ਜੀ, ਭਾਸ਼ਾ ਦੇ ਦੋ ਰੂਪ ਹੈ, ਇੱਕ ਮੌਖਿਕ ਹੈ ਅਤੇ ਇੱਕ ਲਿਖਿਤ। ਲਓ, ਇਹਦੇ ਬਾਰੇ ਆਪਾਂ ਇੱਕ ਨਾ ਡਾਇਗਰਾਮ ਬਣਾ ਕੇ ਦੇਖਦੇ ਹਾਂ ਵੀ ਭਾਸ਼ਾ ਦੇ ਸੱਚੀ ਦੋ ਰੂਪ ਹੈ ਕਿ ਨਹੀਂ। ਹਾਂ, ਬਿਲਕੁਲ ਹੈਗੇ ਆ, ਭਾਸ਼ਾ ਦੇ ਤਾਂ ਦੋ ਰੂਪ ਹੀ ਹੈ। ਹਾਂਜੀ, ਦੇਖੋ ਜੀ, ਭਾਸ਼ਾ ਦੇ ਦੋ ਰੂਪ ਹੈ। ਭਾਸ਼ਾ ਦੇ ਰੂਪ ਹੈਗੇ ਆ ਜੀ ਦੋ ਸਾਡੇ ਸਾਹਮਣੇ। ਭਾਸ਼ਾ ਹਮੇਸ਼ਾ ਦੋ ਰੂਪਾਂ ਦੇ ਵਿੱਚ ਵਿਚਰਦੀ ਹੈ ਸਾਡੇ ਸਾਹਮਣੇ। ਇੱਕ ਰੂਪ ਹੈਗਾ ਇਹਦਾ ਮੌਖਿਕ ਭਾਸ਼ਾ ਦਾ, ਤੇ ਇੱਕ ਰੂਪ ਹੈਗਾ ਸਾਡੀ ਭਾਸ਼ਾ ਦਾ ਲਿਖਿਤ। ਇਹ ਜਿਹੜੇ ਸਿਧਾਂਤ ਤੁਹਾਨੂੰ ਮੈਂ ਦੱਸੀ ਜਾਂਦਾ, ਕਿਸੇ ਵੀ ਭਾਸ਼ਾ ਤੇ ਲਾਗੂ ਕਰ ਸਕਦੇ ਹੋ ਤੁਸੀਂ, ਚਾਹੇ ਤੁਸੀਂ ਹਿੰਦੀ ਤੇ, ਚਾਹੇ ਤੁਸੀਂ ਸੰਸਕ੍ਰਿਤ ਤੇ, ਕੋਈ ਵੀ ਭਾਸ਼ਾ ਜਿਹੜੀ ਹੈਗੀ ਹੈ, ਜਿਹੜੀ ਲੈਂਗੁਏਜ ਦੇ ਵਿੱਚ ਆਉਂਦੀ ਹੈ। ਹਾਂਜੀ, ਮੌਖਿਕ ਤੇ ਲਿਖਿਤ। ਮੌਖਿਕ ਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਂਦੀਆਂ? ਸੁਣਨਾ ਤੇ ਬੋਲਣਾ, ਦੋ ਚੀਜ਼ਾਂ ਸਾਡੀਆਂ ਮੌਖਿਕ ਦੇ ਵਿੱਚ ਆਉਂਦੀਆਂ, ਸੁਣਨਾ ਤੇ ਬੋਲਣਾ। ਠੀਕ ਹੈ ਜੀ। ਤੇ ਲਿਖਿਤ ਦੇ ਵਿੱਚ ਕਿਹੜੀਆਂ ਆ ਜਾਂਦੀਆਂ? ਲਿਖਿਤ ਦੇ ਵਿੱਚ ਪੜ੍ਹਨਾ ਤੇ ਲਿਖਣਾ। ਧਿਆਨ ਰੱਖਿਓ, ਇਹਦੇ ਵਿੱਚੋਂ ਪ੍ਰਸ਼ਨ ਆਉਂਦਾ ਹੁੰਦਾ ਇੰਨੇ ਕੁ ਡਾਇਗਰਾਮ ਦੇ ਵਿੱਚੋਂ।
ਜਿਹੜਾ ਇਹਦਾ ਭਾਸ਼ਾ ਦਾ ਮੂਲ ਰੂਪ ਹੈ, ਜਿਹੜਾ ਪ੍ਰਧਾਨ ਰੂਪ ਹੈ, ਜਿਹੜਾ ਮੁੱਖ ਰੂਪ ਹੈ, ਉਹ ਹੈਗਾ ਮੌਖਿਕ ਰੂਪ, ਤੇ ਲਿਖਿਤ ਰੂਪ ਹੈ ਜਿਹੜਾ ਉਹ ਹੈਗਾ ਦੂਜਾ ਦੁਜੈਲਾ, ਜਿਹਨੂੰ ਕਈ ਵਾਰੀ ਕਹਿ ਦਿੰਦੇ ਆ ਪੰਜਾਬੀ 'ਚ ਆ ਦੁਜੈਲਾ ਹੀ ਲਿਖ ਦਿੰਦਾ ਮੈਂ, ਜਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਭਾਸ਼ਾ ਦਾ ਇੱਕ ਆਪਾਂ ਇਹਨੂੰ ਕਿਹਾ ਜਾਂਦਾ ਮੌਖਿਕ, ਮਤਲਬ ਮੁੱਖ ਰੂਪ, ਮੂਲ ਰੂਪ ਹੈ ਇਹ। ਪਰ ਲਿਖਿਤ ਰੂਪ ਹੈ ਜਿਹੜਾ ਉਹ ਦੁਜੈਲਾ ਜਾਂ ਗੌਣ ਰੂਪ ਹੈ ਭਾਸ਼ਾ ਦਾ, ਇਹ ਬਾਅਦ ਦੇ ਵਿੱਚ ਆਉਂਦਾ ਹੈ, ਕਿਉਂਕਿ ਸਭ ਤੋਂ ਪਹਿਲਾਂ ਜਦੋਂ ਭਾਸ਼ਾ ਦਾ ਜਨਮ ਹੁੰਦਾ ਹੈ ਉਦੋਂ ਮੌਖਿਕ ਰੂਪ ਦੇ ਵਿੱਚ ਹੀ ਹੁੰਦਾ ਹੈ। ਲਿਖਿਤ ਰੂਪ ਤਾਂ ਭਾਸ਼ਾ ਦਾ ਬਹੁਤ ਬਾਅਦ ਦੇ ਵਿੱਚ ਵਿਕਸਿਤ ਹੋਇਆ ਸੀ। ਬੰਦੇ ਨੇ ਬੋਲਣਾ ਪਹਿਲਾਂ ਸ਼ੁਰੂ ਕਰ ਦਿੱਤਾ ਸੀ, ਸੁਣਨਾ ਤੇ ਬੋਲਣਾ, ਪਰ ਪੜ੍ਹਨਾ ਤੇ ਲਿਖਣਾ ਇਹ ਦੋ ਚੀਜ਼ਾਂ ਇਹ ਤਾਂ ਬਹੁਤ ਬਾਅਦ ਦੇ ਵਿੱਚ ਵਿਕਾਸ ਹੋਇਆ। ਇਹ ਗੱਲਾਂ ਨੂੰ ਥੋੜਾ ਜਿਹਾ ਸਮਝ ਲਿਓ। ਹੁਣ ਇਹਦੇ ਵਿੱਚ ਹੀ ਆ, ਮੌਖਿਕ ਰੂਪ ਦੇ ਵਿੱਚ ਹੀ ਆ। ਅਗਰ ਮੰਨ ਲਓ ਵੀ ਹੁਣ ਇੱਕ ਪ੍ਰਸ਼ਨ ਤਾਂ ਇੱਥੇ ਇਹ ਬਣਦਾ ਵੀ ਭਾਸ਼ਾ ਦੇ ਕਿੰਨੇ ਰੂਪ ਹੈ ਜੀ? ਦੋ, ਇੱਕ ਮੌਖਿਕ ਤੇ ਲਿਖਿਤ। ਦੂਸਰਾ ਪ੍ਰਸ਼ਨ ਕਿਹੜਾ ਬਣੀ ਜਾਂਦਾ ਵੀ ਭਾਸ਼ਾ ਦੇ ਮੌਖਿਕ ਰੂਪ ਦੇ ਵਿੱਚ, ਭਾਸ਼ਾ ਦੇ ਮੌਖਿਕ ਰੂਪ ਦੇ ਵਿੱਚ ਕਿਹੜੇ ਕਿਹੜੇ ਕੌਸ਼ਲ ਹਨ, ਮਤਲਬ ਭਾਸ਼ਾ ਦੇ ਮੌਖਿਕ ਰੂਪ ਨਾਲ ਕਿਹੜੇ ਕੌਸ਼ਲਾਂ ਦਾ ਸੰਬੰਧ ਹੈ? ਤਾਂ ਦੋਵਾਂ ਦਾ ਜੀ, ਸੁਣਨਾ ਤੇ ਬੋਲਣਾ ਦਾ। ਤੇ ਅੱਗੇ ਦੇਖੋ ਜੀ ਹੁਣ ਹਾਂ ਲਿਖਿਤ ਰੂਪ ਦੇ ਵਿੱਚ ਹੁਣ ਦੂਸਰਾ ਇੱਕ ਹੋਰ, ਭਾਸ਼ਾ ਦਾ ਕਿਹੜਾ ਰੂਪ ਪ੍ਰਧਾਨ ਰੂਪ ਹੈ ਜੀ? ਮੌਖਿਕ ਰੂਪ। ਅੱਗੇ ਭਾਸ਼ਾ ਦਾ ਦੂਜਾ ਜਾਂ ਗੌਣ ਰੂਪ ਕਿਹੜਾ ਹੈ ਜੀ? ਲਿਖਿਤ ਰੂਪ। ਪ੍ਰਸ਼ਨ ਹੀ ਪ੍ਰਸ਼ਨ ਪਏ ਆ ਐਨੇ ਡਾਇਗਰਾਮ ਦੇ ਵਿੱਚ। ਹੁਣ ਅਗਲੀ ਗੱਲ ਦੇਖ ਲਓ ਜੀ। ਹਾਂ ਹੁਣ ਅੱਗੇ ਦੇਖੋ ਵੀ ਭਾਸ਼ਾ ਦੇ ਲਿਖਿਤ ਰੂਪ ਵਿੱਚ ਕਿਹੜੇ ਕਿਹੜੇ ਭਾਸ਼ਾਈ ਕੌਸ਼ਲ ਆਉਂਦੇ ਹਨ ਜੀ? ਦੋ ਆਉਂਦੇ ਆ ਜੀ। ਕਿਹੜੇ ਕਿਹੜੇ? ਪੜ੍ਹਨਾ ਅਤੇ ਲਿਖਣਾ, ਇਹ ਦੋਨੋਂ ਭਾਸ਼ਾ ਦੇ ਲਿਖਿਤ ਰੂਪ ਦੇ ਨਾਲ ਸੰਬੰਧਿਤ ਹਨ, ਅਤੇ ਸੁਣਨਾ ਅਤੇ ਬੋਲਣਾ ਇਹ ਦੋਨੋਂ ਭਾਸ਼ਾ ਦੇ ਮੌਖਿਕ ਰੂਪ ਦੇ ਨਾਲ ਸੰਬੰਧਿਤ ਹਨ। ਥੋੜਾ ਜਿਹਾ ਇਸ ਚੀਜ਼ ਨੂੰ ਥੋੜਾ ਜਿਹਾ ਰੱਖਿਓ ਖਿਆਲ ਇਹਦਾ ਡਾਇਗਰਾਮ ਦਾ। ਮੌਖਿਕ ਰੂਪ ਹੈ ਜਿਹੜਾ ਇਹ ਪ੍ਰਮੁੱਖ ਰੂਪ ਹੈ, ਮੁੱਖ ਰੂਪ ਹੈ, ਸਭ ਤੋਂ ਪ੍ਰਥਮ ਰੂਪ ਹੈ, ਮਤਲਬ ਪਹਿਲੇ ਰੂਪ ਦੇ ਵਿੱਚ ਭਾਸ਼ਾ ਮੌਖਿਕ ਰੂਪ ਦੇ ਵਿੱਚ ਆਉਂਦੀ ਹੈ ਸਾਡੇ ਸਾਹਮਣੇ। ਜਦੋਂ ਭਾਸ਼ਾ ਦਾ ਜਨਮ ਹੁੰਦਾ ਹੈ ਤਾਂ ਮੌਖਿਕ ਰੂਪ ਦੇ ਵਿੱਚ ਹੁੰਦਾ ਹੈ, ਲਿਖਿਤ ਰੂਪ ਬਹੁਤ ਬਾਅਦ ਵਿੱਚ ਵਿਕਸਿਤ ਹੁੰਦਾ ਹੈ। ਹਾਂਜੀ, ਭਾਸ਼ਾ ਦੇ ਦੋ ਰੂਪਾਂ ਦੀ ਗੱਲ ਆ ਗਈ। ਬੱਚੇ ਨੂੰ ਸਭ ਤੋਂ ਪਹਿਲਾਂ ਅੱਖਰਾਂ ਦਾ ਉਚਾਰਨ ਦਾ ਗਿਆਨ ਪ੍ਰਦਾਨ ਕੀਤਾ ਜਾਂਦਾ ਵੀ ਇਹਦੀ ਸੁਭਾਵਿਕਤਾ ਦੇ ਸਿਧਾਂਤ ਦੀ ਗੱਲ ਕਰਦਾ। ਐਵੇਂ ਨਹੀਂਗਾ ਵੀ ਸਭ ਤੋਂ, ਹੁਣ ਤੁਸੀਂ ਕਹੋਗੇ ਵੀ ਸਰ ਜਿਹੜੇ ਆਪਣੇ, ਹਾਂ ਆਪਾਂ ਜਦੋਂ ਗੱਲ ਕਰਦੇ ਹਾਂ, ਜਦੋਂ ਆਪਾਂ ਕੀ ਨਾਂ ਲੈਂਦੇ ਆ, ਜਦੋਂ ਬੱਚੇ ਨੂੰ ਬੋਲਣ ਵਾਲੀ ਜਾਂ ਇਹ ਚਾਰ ਕੌਸ਼ਲ ਆ, ਚਾਰੇ ਕੌਸ਼ਲਾਂ ਦੀਆਂ ਵਿਧੀਆਂ 'ਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਦੋਂ ਤਾਂ ਦੇਖੋ ਸਾਡੀਆਂ ਵਿਧੀਆਂ ਜਿਹੜੀਆਂ ਉਦੋਂ ਹੋਰ ਹੁੰਦੀਆਂ ਹਨ। ਤੇ ਉਹ ਇੱਥੇ ਮੰਨ ਲਓ ਇੱਥੇ ਜਿਹੜੀ ਲਿਖੀ ਆ ਗੱਲ ਉਹ ਹੈਗੀ ਆ ਵੀ ਸਕੂਲ ਵਿੱਚ ਸਭ ਤੋਂ ਪਹਿਲਾਂ ਅੱਖਰ ਤੇ ਅੱਖਰ ਦਾ ਉਚਾਰਨ ਗਿਆਨ ਪ੍ਰਦਾਨ ਕੀਤਾ ਜਾਂਦਾ। ਐਵੇਂ ਹੀ ਹੈ ਨਾ ਵੀ ਹੁਣ ਭਾਸ਼ਾ ਸਿਖਾਉਣੀ ਸ਼ੁਰੂ ਕਰਨ ਦਾ ਇਹੀ ਹੈ ਵੀ ਬੱਚੇ ਨੂੰ ਜਾਂਦਿਆਂ ਸਾਰੀ ਪਹਿਲਾਂ ਅੱਖਰਾਂ ਦਾ ਗਿਆਨ ਦਿੱਤਾ ਜਾਂਦਾ ਹੈ ਲਿਖਿਤ ਰੂਪ ਦੇ ਵਿੱਚ। ਸਾਰੇ ਮਤਲਬ ਕੀ ਹੈ ਵੀ ਸਾਰੇ ਕੌਸ਼ਲ ਆ ਜਿਹੜੇ ਉਹਨਾਂ ਨੂੰ ਨਾਲ ਨਾਲ ਲੈ ਕੇ ਚੱਲਣਾ ਪੈਂਦਾ। ਐਵੇਂ ਹੀ ਹੈ ਨਾ, ਇਹਨੂੰ ਕਿਹਾ ਜਾਂਦਾ ਹੈ ਸੁਭਾਵਿਕਤਾ ਦਾ ਸਿਧਾਂਤ। ਅੱਗੇ ਦੇਖੋ, ਪਹਿਲਾਂ ਅੱਖਰ, ਫਿਰ ਅੱਖਰਾਂ ਦਾ ਉਚਾਰਨ। ਪਹਿਲਾਂ ਬੱਚਾ ਅੱਖਰ ਲਿਖਣਾ ਸਿੱਖੂਗਾ, ਉਹਦੇ ਨਾਲ ਨਾਲ ਉਸ ਤੋਂ ਜਸਟ ਬਾਅਦ ਮਤਲਬ ਉਹਦੇ ਨਾਲ ਨਾਲ ਕੀ ਕਰੇਗਾ ਬੱਚਾ? ਅੱਖਰਾਂ ਦਾ ਉਚਾਰਨ ਕਰੂਗਾ। ਫਿਰ ਮੌਖਿਕ ਅਤੇ ਲਿਖਿਤ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ। ਵੀ ਮੌਖਿਕ ਤੇ ਲਿਖਿਤ ਰੂਪ ਜਿਹੜੇ ਹੈਗੇ ਆ, ਮਤਲਬ ਚਾਰੇ ਕੌਸ਼ਲਾਂ ਦੀ ਹਜੇ ਗੱਲ ਕਰਨ ਤੋਂ ਪਹਿਲਾਂ, ਮਤਲਬ ਜਦੋਂ ਰਸਮੀ ਸਿੱਖਿਆ ਦੇ ਵਿੱਚ, ਸਕੂਲੀ ਸਿੱਖਿਆ ਦੇ ਵਿੱਚ ਬੱਚੇ ਦੇ ਚਾਰੇ ਕੌਸ਼ਲਾਂ ਦਾ ਵਿਕਾਸ ਤੋਰਨ ਤੋਂ ਪਹਿਲਾਂ, ਉਹ ਉਸ ਵਿਕਾਸ ਦੇ ਨਾਲ ਉਹਨੂੰ ਸਹਿ ਸੰਬੰਧ ਕਰਨ ਤੋਂ ਪਹਿਲਾਂ ਕੀ ਹੋਊਗਾ? ਅੱਖਰ ਤੇ ਅੱਖਰਾਂ ਦਾ ਉਚਾਰਨ ਦਾ ਗਿਆਨ ਬੱਚੇ ਨੂੰ ਪ੍ਰਦਾਨ ਕੀਤਾ ਜਾਊਗਾ। ਹਾਂਜੀ, ਬੋਲਣ ਦੀ ਇਕਾਈ ਵਾਕ ਹਨ, ਆ ਗਈ ਨਾ ਗੱਲ। ਇਸ ਕਾਰਨ ਵਾਕਾਂ ਤੋਂ ਸ਼ਬਦ, ਸ਼ਬਦਾਂ ਤੋਂ ਅੱਖਰ ਵੱਲ ਵਧਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ, ਬੋਲਣ ਦੀ ਇਕਾਈ ਵਾਕ ਹੈ ਤੇ ਉਸ ਤੋਂ ਬਾਅਦ ਸ਼ਬਦਾਂ ਤੋਂ ਅੱਖਰ ਵੱਲ ਵਧਣਾ ਚਾਹੀਦਾ ਹੈ। ਇਹ ਥੋੜਾ ਜਿਹਾ ਰੱਖਿਓ ਗੱਲ ਨੂੰ ਧਿਆਨ ਦੇ ਵਿੱਚ। ਸੁਭਾਵਿਕਤਾ ਦਾ ਸਿਧਾਂਤ ਸਾਡਾ ਇਹੀ ਕਹਿੰਦਾ। ਹੁਣ ਆ ਗਿਆ ਜੀ ਯਤਨ ਦਾ ਸਿਧਾਂਤ। ਕਿਉਂਕਿ ਭਾਸ਼ਾ ਜਿਹੜੀ, ਦੇਖੋ ਜੀ, ਭਾਸ਼ਾ ਨੂੰ ਸਿੱਖਣ ਦੀ ਸ਼ਕਤੀ ਕੁਦਰਤੀ ਹੈ, ਭਾਸ਼ਾ ਸੁਭਾਵਿਕਤਾ ਦਾ ਸਿਧਾਂਤ ਵੀ ਹੈ। ਇੱਕ ਹੁੰਦੀ ਹੈ ਚੀਜ਼ ਸਹਿਜ ਸੁਭਾਅ ਹੋ ਜਾਣੀ, ਤੇ ਇੱਕ ਦੇ ਵਾਸਤੇ ਯਤਨ, ਉਪਰਾਲਾ, ਹੀਲਾ ਵਸੀਲਾ, ਕੋਈ ਕੋਸ਼ਿਸ਼ ਕਰਨੀ ਪੈਣੀ, ਉਹਨੂੰ ਆਪਾਂ ਕਹਿ ਦਿੰਦੇ ਯਤਨ ਦਾ ਸਿਧਾਂਤ। ਕਿਉਂਕਿ ਭਾਸ਼ਾ ਜਿਹੜੀ ਉਹ ਇਤਨੀ ਆਸਾਨ ਨਹੀਂ ਹੈ ਜਿੰਨੀ ਆਪਾਂ ਸਮਝਦੇ ਹਾਂ। ਭਾਸ਼ਾ ਇੱਕ ਜਟਿਲ ਵਿਸ਼ਾ ਹੈ, ਇੱਕ ਸੂਖਮ ਪ੍ਰਕਾਰ ਦਾ ਵਿਸ਼ਾ ਭਾਸ਼ਾ। ਤੇ ਹੁਣ ਉਹਦੇ ਵਾਸਤੇ ਕੀ ਹੈ? ਦੇਖੋ ਜੀ, ਕੋਈ ਜਟਿਲ ਵਿਸ਼ਾ ਜਾਂ ਕੋਈ ਸੂਖਮ ਪ੍ਰਕਾਰ ਦੀ ਆਪਾਂ ਕੋਈ ਚੀਜ਼ ਮੰਨ ਲਓ ਗ੍ਰਹਿਣ ਕਰਨੀ ਹੋਵੇ, ਭਾਸ਼ਾ ਕੋਈ ਗ੍ਰਹਿਣ ਕਰਨੀ ਹੋਵੇ, ਉਹਦੇ ਵਾਸਤੇ ਆਪਾਂ ਨੂੰ ਯਤਨ ਪ੍ਰਯਾਸ ਕਰਨਾ ਪਊਗਾ। ਸਾਡੀ ਇਕੱਲੀ ਸੁਭਾਵਿਕਤਾ ਉੱਥੇ ਕੰਮ ਨਹੀਂ ਆਵੇਗੀ। ਇਸ ਕਰਕੇ ਸੁਭਾਵਿਕਤਾ ਦਾ ਸਿਧਾਂਤ ਦੇ ਨਾਲ ਨਾਲ ਯਤਨ ਦਾ ਸਿਧਾਂਤ ਵੀ ਲਾਗੂ ਹੁੰਦਾ ਹੈ। ਅਲੰਕਾਰਿਕ ਤੇ ਕਲਾਤਮਕ ਭਾਸ਼ਾ ਜੇ ਸਿੱਖਣੀ ਹੈ ਨਾ ਤਾਂ ਉਹਦੇ ਵਾਸਤੇ ਯਤਨ ਕਰਨੇ ਪੈਂਦੇ ਆ। ਉਹਦੇ ਵਾਸਤੇ ਹੀਲਾ ਵਸੀਲਾ, ਕੋਈ ਕੋਸ਼ਿਸ਼ ਕਰਨੀ ਪਊਗੀ।
ਅਗਰ ਅਸੀਂ ਭਾਸ਼ਾ ਦਾ ਵਿਕਾਸ ਮਤਲਬ ਕਿਹੜੀ ਦਾ ਅਲੰਕਾਰਿਕ ਤੇ ਕਲਾਤਮਕ ਭਾਸ਼ਾ ਚਾਹੁੰਦੇ ਹਾਂ, ਸ਼ੁੱਧ ਉਚਾਰਨ ਕਰਨਾ, ਸੁੰਦਰ ਲਿਖਿਤ ਵਾਕ ਰਚਨਾ, ਪ੍ਰਵਾਹ ਪੂਰਵਕ ਵਾਚਨ ਮਤਲਬ ਇੱਕ ਲੈਬੱਧ ਵਾਚਨ, ਲੈਬੱਧ ਪੜ੍ਹਨਾ ਅਤੇ ਅਨੁਵਾਦ ਵਰਗੇ ਜਿਹੜੇ ਕਾਰਜਾਂ ਵਾਸਤੇ ਕੀ ਹੈ, ਯਤਨਾਂ ਦੀ ਲੋੜ ਹੁੰਦੀ ਹੈ। ਇਹ ਚੀਜ਼ਾਂ ਮੰਨ ਲਓ ਇਹ ਭਾਸ਼ਾ ਦੇ ਵਿੱਚ ਹੀ ਆਉਂਦੀਆਂ, ਇਹ ਭਾਸ਼ਾ ਸਿੱਖਿਆ ਦੇ ਨਾਲ ਸੰਬੰਧਿਤ ਆ। ਸੁੰਦਰ ਲਿਖਿਤ ਕਰਨੀ, ਸ਼ੁੱਧ ਉਚਾਰਨ ਕਰਨਾ, ਵਾਕ ਰਚਨਾ ਕਰਨੀ, ਪ੍ਰਵਾਹ ਪੂਰਵਕ ਵਾਚਨ ਕਰਨਾ, ਇਕਸਾਰ ਲੈਬੱਧ ਵਾਚਨ ਕਰਨਾ, ਇਹ ਸਾਰੀਆਂ ਭਾਸ਼ਾ ਸਿੱਖਿਆ ਦੇ ਵਿੱਚ ਆ, ਭਾਸ਼ਾ ਦੇ ਵਿਕਾਸ ਨਾਲ ਸੰਬੰਧਿਤ ਆ ਚੀਜ਼ਾਂ। ਤੇ ਇਹ ਚੀਜ਼ਾਂ ਯਤਨ ਤੋਂ ਬਿਨਾਂ ਨਹੀਂ ਆਉਂਦੀਆਂ, ਕੋਸ਼ਿਸ਼ ਕਰਨ ਤੋਂ ਬਿਨਾਂ ਨਹੀਂ ਆਉਂਦੀਆਂ। ਹਾਂ, ਭਾਸ਼ਾ ਨੂੰ ਸੁਭਾਵਿਕਤਾ ਦੇ ਨਾਲ ਨਾਲ ਯਤਨਾਂ ਦੁਆਰਾ ਸਿੱਖਿਆ ਜਾਂਦਾ ਹੈ। ਅਗਰ ਪ੍ਰਸ਼ਨ ਆ ਜਾਏ ਕਿ ਇਕੱਲੀ ਜਿਹੜੀ ਭਾਸ਼ਾ ਹੈ ਜਿਹੜੀ ਉਹ ਕੀ ਇਕੱਲੀ ਸੁਭਾਵਿਕਤਾ ਦੇ ਸਿਧਾਂਤ ਨਾਲ ਹੀ ਸਿੱਖੀ ਜਾਂਦੀ ਹੈ? ਜੀ ਨਹੀਂ, ਉਹਦੇ ਨਾਲ ਯਤਨ ਦਾ ਸਿਧਾਂਤ ਵੀ ਹੁੰਦਾ। ਦੇਖ ਲਓ, ਗੱਲ ਤੁਹਾਡੇ ਸਾਹਮਣੇ, ਸ਼ੁੱਧ ਉਚਾਰਨ ਕਰਨ ਵਾਸਤੇ ਯਤਨ ਕਰਨਾ ਪਊਗਾ ਵਾਰੀ ਵਾਰੀ, ਸਹਿਜ ਸੁਭਾਵਿਕ ਨਹੀਂ ਆ ਜਾਊਗਾ। ਅੱਗੇ ਆ ਗਿਆ ਜੀ ਰੁਚੀ ਦਾ ਸਿਧਾਂਤ, ਇੰਟਰਸਟ। ਉਸੇ ਕਿਰਿਆ ਵਿੱਚ ਭਾਗ ਲੈਂਦਾ ਹੈ ਜੋ ਉਸ ਦੀਆਂ ਜਮਾਂਦਰੂ ਜਾਂ ਜਨਮਜਾਤ ਇੱਛਾਵਾਂ ਨੂੰ ਸੰਤੁਸ਼ਟ ਕਰੇ। ਦੇਖੋ ਜੀ, ਸਭ ਤੋਂ ਪਹਿਲਾਂ ਬੱਚੇ ਦੇ ਅੰਦਰ ਜਿਗਿਆਸਾ ਉਤਪੰਨ ਹੁੰਦੀ ਹੈ। ਜਿਗਿਆਸਾ ਨੂੰ ਸ਼ਾਂਤ ਕਰਨ ਵਾਸਤੇ ਬੱਚਾ ਕੀ ਕਰਦਾ ਹੈ? ਬੱਚਾ ਸਿੱਖਦਾ ਹੈ। ਜਦ ਜਿਵੇਂ ਮੰਨ ਲਓ ਬੱਚੇ ਦੇ ਵਿੱਚ ਜਿਗਿਆਸਾ ਹੈ ਤੇ ਉਸ ਨੂੰ ਉਸ ਤੋਂ ਬਾਅਦ ਜਦੋਂ ਸਿਖਾਇਆ ਜਾਵੇ ਤਾਂ ਇਸ ਪ੍ਰਕਾਰ ਨਾਲ ਸਿਖਾਇਆ ਜਾਵੇ ਕਿ ਬੱਚੇ ਦੀ ਜਮਾਂਦਰੂ ਜਾਂ ਜਨਮਜਾਤ ਜਿਹੜੀ ਉਹਦੀ ਇੱਛਾ ਹੈ ਉਸ ਨੂੰ ਸੰਤੁਸ਼ਟ ਹੋਵੇ ਉਹਦੀ ਇੱਛਾ। ਇਸ ਲਈ ਪਾਠ ਸਮੱਗਰੀ ਤੇ ਅਧਿਆਪਨ ਪ੍ਰਣਾਲੀਆਂ ਬੱਚੇ ਦੀ ਰੁਚੀ ਤੇ ਰੁਝਾਨ ਦੇ ਅਨੁਸਾਰ ਹੀ ਨਿਰਧਾਰਿਤ ਕੀਤੇ ਜਾਂਦੇ। ਸਾਡਾ ਪਾਠਕ੍ਰਮ ਹੈ ਜਿਹੜਾ, ਸਾਡੇ ਪਾਠ ਦੇ ਵਿੱਚ ਕਿਹੜੀ ਸਮੱਗਰੀ ਹੋਊਗੀ ਪਾਠਾਂ ਦੇ ਵਿੱਚ, ਇਹ ਸਾਰੀ ਚੀਜ਼ਾਂ ਬੱਚੇ ਦੀ ਰੁਚੀ ਨੂੰ, ਇੰਟਰਸਟ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਜਾਂਦੀ ਹੈ ਇਹ ਸਾਰਾ ਸਿਸਟਮ। ਹਾਂ, ਹਰਬਰਟ ਨੇ ਇੱਕ ਗੱਲ ਕਹੀ ਹੈ, ਕਹਿੰਦਾ ਜੀ ਪਾਠ ਪੜ੍ਹਾਉਣ ਤੋਂ ਪਹਿਲਾਂ ਵਿਦਿਆਰਥੀਆਂ ਵਿੱਚ ਰੁਚੀ ਪੈਦਾ ਕਰਨੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਕਹੀ ਹੈ ਜੀ। ਰੁਚੀ ਉਤਪੰਨ ਕਰਨ ਲਈ ਹੇਠ ਲਿਖੇ ਢੰਗ ਹਨ ਜੀ। ਪਹਿਲਾਂ ਤਾਂ ਪੂਰਵ ਗਿਆਨ ਨੂੰ ਨਵੇਂ ਅਧਿਆਪਨ ਜਾਂ ਨਵੇਂ ਗਿਆਨ ਨਾਲ ਜੋੜਨਾ। ਬੱਚੇ ਦਾ ਪੂਰਵ ਗਿਆਨ, ਪਹਿਲਾਂ ਮੰਨ ਲਓ ਕਿ ਕੋਈ ਬੱਚੇ ਨੂੰ ਆਪਾਂ ਨਵਾਂ ਪਾਠ ਪੜ੍ਹਾਉਣ ਜਾ ਰਹੇ ਹਾਂ, ਨਵਾਂ ਅਧਿਆਪਨ ਕਰਵਾਉਣ ਜਾ ਰਹੇ ਹਾਂ, ਤਾਂ ਉਸ ਵੇਲੇ ਆਪਾਂ ਕੀ ਕਰਨਾ ਹੈ, ਜਮਾਤ ਦੇ ਵਿੱਚ ਇੱਕ ਛੋਟਾ ਜਿਹਾ ਨਿਯਮ ਲਾਗੂ ਕਰਨਾ। ਉਹ ਕੀ ਹੈਗਾ? ਪੂਰਵ ਅਧਿਆਪਨ। ਉਹਦੇ ਵਿੱਚ ਕੀ ਹੋਊਗਾ? ਪੂਰਵ ਗਿਆਨ। ਹਾਂ, ਬੱਚੇ ਦਾ ਪੂਰਵ ਗਿਆਨ ਉਹਦੇ ਨਾਲ ਸੰਬੰਧਿਤ ਚੈੱਕ ਕੀਤਾ ਜਾਵੇ। ਉਹਦੇ ਨਾਲ ਕੀ ਹੋਊਗਾ? ਜਦੋਂ ਆਪਾਂ ਬੱਚੇ ਦਾ ਪੂਰਵ ਗਿਆਨ ਚੈੱਕ ਕਰ ਲਵਾਂਗੇ ਤਾਂ ਇੱਕ ਇਸ ਤਰ੍ਹਾਂ ਦੀ ਸਟੇਜ ਆਊਗੀ ਜਦੋਂ ਬੱਚਾ ਉਸ ਚੀਜ਼ ਨੂੰ ਜਾਣਨ ਵਾਸਤੇ ਕੀ ਕਰੇਗਾ? ਰੁਚੀ ਉਹਦੇ ਵਿੱਚ ਪੈਦਾ ਹੋਏਗੀ, ਇੰਟਰਸਟ ਲਏਗਾ, ਉਹਦੇ ਵਿੱਚ ਜਿਗਿਆਸਾ ਪੈਦਾ ਹੋਵੇਗੀ। ਫਿਰ ਉਹਦੇ ਨਾਲ ਜਿਗਿਆਸਾ ਦੇ ਨਾਲ ਕੀ ਹੋਊਗਾ? ਉਹਦੇ ਅੰਦਰ ਰੁਚੀ ਪੈਦਾ ਹੋ, ਜਿਗਿਆਸਾ ਨੂੰ ਸ਼ਾਂਤ ਕਰਨ ਵਾਸਤੇ ਰੁਚੀ, ਇੰਟਰਸਟ ਪੈਦਾ ਹੋਊਗਾ। ਹਾਂ, ਅੱਗੇ ਕੀ ਹੈ ਜੀ? ਦੇਖੋ, ਹਾਂ, ਤੇ ਇੰਟਰਸਟ ਪੈਦਾ ਉਦੋਂ ਹੀ ਹੋਊਗਾ ਜਦੋਂ ਪਾਠ ਸਮੱਗਰੀ ਤੇ ਅਧਿਆਪਨ ਪ੍ਰਣਾਲੀਆਂ ਜਿਹੜੀਆਂ ਬੱਚੇ ਉੱਪਰ ਲਾਗੂ ਕੀਤੀਆਂ ਗਈਆਂ ਭਾਸ਼ਾ ਸਿਖਾਉਣ ਵਾਸਤੇ, ਉਹ ਬੱਚੇ ਦੇ ਵਾਤਾਵਰਣ ਦੇ ਅਨੁਕੂਲ ਹੋਣ, ਉਸ ਬੱਚੇ ਦੀ IQ ਲੈਵਲ ਦੇ ਅਨੁਕੂਲ ਹੋਣ ਚੀਜ਼ਾਂ। ਅੱਗੇ ਦੇਖੋ ਜੀ, ਹਾਂ, ਪਾਠ ਪੜ੍ਹਾਉਣ ਤੋਂ ਪਹਿਲਾਂ ਪੂਰਵ ਗਿਆਨ ਦੀ ਜਾਣਕਾਰੀ ਲਈ ਜਾਵੇ। ਬਿਲਕੁਲ ਸਹੀ ਹੈ ਜੀ। ਲੋੜ ਅਨੁਸਾਰ ਦੇਖਣ ਸੁਣਨ ਸਾਧਨਾਂ ਦੀ ਵਰਤੋਂ। ਪਾਠ ਵਿੱਚ ਪ੍ਰਸ਼ਨ ਉੱਤਰ ਵਿਧੀ ਰਾਹੀਂ ਲੋੜ ਅਨੁਸਾਰ ਪ੍ਰਸ਼ਨ ਵੀ ਪੁੱਛੇ ਜਾਣ। ਪ੍ਰਸ਼ਨ ਉੱਤਰ ਵਿਧੀ ਦੇ ਨਾਲ ਬੱਚੇ ਦੇ ਵਿੱਚ ਰੁਚੀ ਉਤਪੰਨ ਹੋਵੇਗੀ, ਕਿਉਂਕਿ ਉਹਦੇ ਨਾਲ ਕੀ ਹੋਊਗਾ? ਇੱਕ ਤਾਂ ਇੱਕ ਪਾਸੜ ਅਧਿਆਪਨ ਨਹੀਂ ਹੋਊਗਾ, ਇੱਕ ਪਾਸੇ ਵਾਲਾ ਅਧਿਆਪਨ ਨਹੀਂ ਹੋਊਗਾ, ਉਹਦੇ ਨਾਲ ਦੋ ਪਾਸੇ ਹੋਊਗਾ। ਉਹਦੇ ਨਾਲ ਕੀ ਹੋਊਗਾ? ਬੱਚੇ ਆ ਜਿਹੜੇ ਉਹ ਵੀ ਅਧਿਆਪਨ ਦੇ ਵਿੱਚ ਭਾਗ ਲੈਣਗੇ। ਬੱਚਿਆਂ ਦਾ ਭਾਗ ਲੈਣਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਐਜੂਕੇਸ਼ਨ ਜਿਹੜੀ ਸਾਡੀ ਵਰਤਮਾਨ ਸਿੱਖਿਆ ਦੇ ਵਿੱਚ, ਇਹ ਤਾਂ ਪ੍ਰਸ਼ਨ ਉੱਤਰ ਵਿਧੀ ਤਾਂ ਬਹੁਤ ਲਾਗੂ ਹੁੰਦੀ ਹੈ। ਪਾਠ ਵਿੱਚ ਵੰਨ ਸੁਵੰਨਤਾ ਭਿੰਨਤਾ ਲਿਆਈ ਜਾਵੇ, ਪਰ ਮੁੱਖ ਪਾਠ ਦਾ ਉਦੇਸ਼ ਕਾਇਮ ਰਹਿਣਾ ਚਾਹੀਦਾ ਹੈ। ਪਾਠਾਂ ਦੇ ਵਿੱਚ ਵੰਨ ਸੁਵੰਨਤਾ ਹੀ ਹੁੰਦੀ ਹੈ ਨਾ। ਮੰਨ ਲਓ ਪੰਜਾਬੀ ਵਾਲੀ ਕੋਈ ਕਿਤਾਬ ਚੱਕ ਲਓ, ਉਹਦੇ ਵਿੱਚ ਹੋਊਗੀਆਂ ਪਹਿਲਾਂ ਕਵਿਤਾਵਾਂ ਵੀ ਦਿੱਤੀਆਂ ਹੋਣਗੀਆਂ, ਕਹਾਣੀਆਂ ਵੀ, ਨਿਬੰਧ ਸੰਗ੍ਰਹਿ ਵੀ, ਐਵੇਂ ਹੀ ਹੈ ਨਾ। ਉਹ ਵੰਨ ਸੁਵੰਨਤਾ ਉਸੇ ਨੂੰ ਤਾਂ ਕਹਿੰਦੇ। ਹੁਣ 9th ਵਾਲੀ ਸਾਡੀ ਪੰਜਾਬੀ ਵਾਲੀ ਬੁੱਕ ਹੈ ਤੇ ਉਹਦੇ ਵਿੱਚ ਸੱਭਿਆਚਾਰ ਦੇ ਸੰਬੰਧੀ ਦੇ ਰੱਖਿਆ ਵੀ ਬੱਚਿਆਂ ਦਾ ਇੰਟਰਸਟ ਉਹਦੇ ਵਿੱਚ ਰਵੇ। ਤੇ 10ਵੀਂ ਵਾਲੀ ਬੁੱਕ ਦੇ ਵਿੱਚ ਕਵਿਤਾਵਾਂ, ਨਿਬੰਧ, ਕਹਾਣੀਆਂ, ਇਹ ਚੀਜ਼ਾਂ ਥੋੜਾ ਜਿਹਾ ਨਾ ਬੱਚਿਆਂ ਦੀ ਰੁਚੀ ਦੇ ਅਨੁਸਾਰ ਇਹ ਚੀਜ਼ਾਂ ਪਾਈਆਂ ਗਈਆਂ। ਸਿਧਾਂਤਕ ਵਿਆਕਰਣ ਦੀ ਥਾਂ ਵਿਵਹਾਰਿਕ ਵਿਆਕਰਣ ਪੜ੍ਹਾਇਆ ਜਾਵੇ। ਜਦੋਂ ਵਿਆਕਰਣ ਸਿੱਖਿਆ ਦੀਆਂ ਵਿਧੀਆਂ ਪੜ੍ਹਾਂਗੇ ਨਾ, ਉਹਦੇ ਵਿੱਚ ਸਿਧਾਂਤਕ ਤੇ ਵਿਵਹਾਰਿਕ ਵਿਆਕਰਣ ਦੋਨੇ ਹੋਣਗੇ। ਅਤੇ ਵਿਆਕਰਣ ਸਿੱਖਿਆ ਵਿੱਚ ਆਗਮਨ, ਨਿਗਮਨ ਤੇ ਪ੍ਰਯੋਗਿਕ ਵਿਧੀ ਨਾਲ ਕੀਤਾ ਜਾਵੇ। ਵਿਆਕਰਣ ਸਿੱਖਿਆ ਦੇ ਵਿੱਚ ਕੀ ਕੀਤਾ ਜਾਂਦਾ? ਦੋ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਇੱਕ ਆਗਮਨ ਤੋਂ ਨਿਗਮਨ ਤੇ ਇੱਕ ਪ੍ਰਾਯੋਗਿਕ ਵਿਧੀ। ਇਹ ਦੋਨਾਂ ਦੇ ਬਾਰੇ ਜਦੋਂ ਵਿਆਕਰਣ ਵਾਲੀ ਆਊਗੀ ਨਾ ਪਾਠ, ਸਾਡਾ ਵਿਆਕਰਣ ਵਾਲਾ ਜਦੋਂ ਆਪਣਾ ਕਲਾਸ ਆਊਗੀ ਤੇ ਉਹਦੇ ਵਿੱਚ ਆਪਾਂ ਪੂਰੀ ਇਹਦੇ ਤੇ ਗੱਲ ਕਰਾਂਗੇ। ਸਿੱਖਿਆ ਜਿਹੜੀ ਉਹ ਖੇਡ ਆਧਾਰਿਤ ਅਤੇ ਅਨੁਭਵ ਆਧਾਰਿਤ ਹੋਣੀ ਚਾਹੀਦੀ।
ਅੱਖਰਾਂ ਦਾ ਗਿਆਨ ਕਰਾਉਣ ਲਈ ਅਤੇ ਸ਼ਬਦ ਭੰਡਾਰ ਵਿਕਸਿਤ ਕਰਨ ਲਈ ਖੇਡ ਵਿਧੀ ਦੀ ਵਰਤੋਂ ਕੀਤੀ ਜਾਵੇ ਜੀ। ਜਿਹੜੀ ਸਾਡੇ ਕਾਲਡਵੈਲ ਕੁੱਕ ਵਾਲੀ ਹੈ ਖੇਡ ਵਿਧੀ ਹੈ ਨਾ, ਹਾਂ, ਤੇ ਉਹ ਆਰੰਭਿਕ ਸ਼੍ਰੇਣੀਆਂ ਦੇ ਵਿੱਚ ਉਹਨੂੰ ਆਪਾਂ ਵਰਤ ਸਕਦੇ ਹਾਂ ਅੱਖਰਾਂ ਦਾ ਗਿਆਨ ਕਰਾਉਣ ਵਾਸਤੇ। ਇਹਦੇ ਨਾਲ ਕੀ ਹੋਵੇਗਾ, ਬੱਚੇ ਦਾ ਇੰਟਰਸਟ ਵਧੇਗਾ। ਰੁਚੀ ਦਾ ਸਿਧਾਂਤ ਇਸੇ ਨੂੰ ਤਾਂ ਕਹਿੰਦੇ ਆ ਕਿ ਬੱਚੇ ਨੂੰ ਸਿਖਾਉਣ ਵਾਸਤੇ ਰੁਚੀ ਜਿਹੜੀ ਉਹ ਪੈਦਾ ਕੀਤੀ ਜਾਵੇ। ਹਾਂਜੀ, ਅੱਗੇ ਦੇਖਦੇ ਹਾਂ ਜੀ। ਰਚਨਾ ਸਿੱਖਿਆ ਅਤੇ ਗਦ ਸਿੱਖਿਆ ਵਿੱਚ ਚਿੱਤਰ, ਮਾਡਲ, ਉਦਾਹਰਨ, ਤੁਲਨਾ ਆਦਿ ਵਿਧੀਆਂ ਦੀ ਵਰਤੋਂ ਕੀਤੀ ਜਾਵੇ। ਜੇ ਮੰਨ ਲਓ ਕੋਈ ਰਚਨਾ ਕਰਨੀ ਸਿਖਾਉਣੀ ਹੈ, ਕੋਈ ਗਦ ਸਿੱਖਿਆ ਹੈ ਜਿਹੜੀ, ਉਹਦੇ ਵਿੱਚ ਚਿੱਤਰ, ਮਾਡਲ, ਉਦਾਹਰਨਾਂ ਦੀ ਵਰਤੋਂ, ਪਾਠ ਨੂੰ ਸਮਵਾਏ ਵਿਧੀ ਦੀ ਨਾਲ ਸਮਾਜ ਦਾ ਸ਼ਿਲਪ ਹੁੰਦਾ ਕਿੱਤਾ ਸਾਡਾ, ਜਿਹੜਾ ਆਪਾਂ ਕਹਿ ਦਿੰਦੇ ਹਾਂ ਜਿਹਨੂੰ ਪ੍ਰੋਫੈਸ਼ਨ ਨਾਲ ਸੰਬੰਧਿਤ ਕਰਕੇ ਪੜ੍ਹਾਇਆ ਜਾਵੇ। ਸਮਵਾਏ ਵਿਧੀ ਦਾ ਆਪਾਂ ਇਹ ਵੀ ਪੜ੍ਹਾਂਗੇ ਜਿਹੜੀ ਇੱਕ ਮਹਾਤਮਾ ਗਾਂਧੀ ਨੇ ਇੱਕ ਵਿਧੀ ਦਿੱਤੀ ਸੀ, ਤੇ ਉਹਦੇ ਆਧਾਰ ਤੇ ਸਮਵਾਏ ਵਿਧੀ ਹੈ ਜਿਹੜੀ। ਸਮਵਾਏ ਦਾ ਸ਼ਬਦ ਹੀ ਇਹ ਹੁੰਦਾ ਵੀ ਗਿਆਨ ਦਾ ਕੰਮ ਦੇ ਨਾਲ ਸੰਬੰਧ ਹੈ। ਸਮਵਾਏ ਦਾ ਸ਼ਾਬਦਿਕ ਅਰਥ ਹੀ ਹੈ। ਸਮਵਾਏ ਵਿਧੀ ਦੀ ਵੀ ਆਪਾਂ ਪੜ੍ਹਾਂਗੇ ਅੱਗੇ। ਹਾਂਜੀ, ਵਿਦਿਆਰਥੀ ਨਾਲ ਹਮਦਰਦੀ ਭਰਿਆ ਵਿਵਹਾਰ ਕੀਤਾ ਜਾਵੇ। ਅਧਿਆਪਕ ਤੇ ਵਿਦਿਆਰਥੀ ਦਾ ਜਿੰਨਾ ਨੇੜੇ ਦਾ ਸੰਬੰਧ ਹੋਵੇਗਾ, ਪਾਠ ਉਨਾ ਹੀ ਸਫਲ। ਬਿਲਕੁਲ ਸਹੀ ਗੱਲ। ਅਗਰ ਮੰਨ ਲਓ ਅਧਿਆਪਕ ਦਾ ਵਿਦਿਆਰਥੀ ਦੇ ਨਾਲ ਪੋਜ਼ਿਟਿਵ ਰਿਲੇਸ਼ਨ ਨਹੀਂ ਹੈ, ਇੱਕ ਅੱਛਾ ਸੰਬੰਧ ਨਹੀਂ ਹੈ, ਉਸ ਸਥਿਤੀ ਦੇ ਵਿੱਚ ਬੱਚਾ ਰੁਚੀ ਨਹੀਂ ਲਵੇਗਾ ਪਾਠ ਦੇ ਵਿੱਚ, ਕਿੰਨਾ ਵੀ ਜ਼ੋਰ ਲਾ ਲੇ ਅਧਿਆਪਕ। ਕਿਰਿਆਸ਼ੀਲਤਾ ਦਾ ਸਿਧਾਂਤ, ਬੱਚੇ ਜੀ ਜਨਮ ਤੋਂ ਹੀ ਕਿਰਿਆਸ਼ੀਲ ਹੁੰਦੇ ਆ। ਬਿਲਕੁਲ, ਬੱਚੇ ਨੂੰ ਪ੍ਰੇਰਿਤ ਕਰਨ ਨਾਲ ਉਹ ਸਰੀਰਕ ਅਤੇ ਮਾਨਸਿਕ ਦੋਹਾਂ ਦ੍ਰਿਸ਼ਟੀਆਂ ਤੋਂ ਕਿਰਿਆਸ਼ੀਲ ਹੁੰਦਾ ਹੈ। ਧਿਆਨ ਰੱਖਿਓ, ਜਦੋਂ ਬੱਚੇ ਨੂੰ ਅਭਿਪ੍ਰੇਰਿਤ ਕੀਤਾ ਜਾਂਦਾ, ਉਦੋਂ ਦੋਨਾਂ ਸਥਿਤੀਆਂ, ਦੋਨਾਂ ਪ੍ਰਕਿਰਿਆਵਾਂ ਦੇ ਵਿੱਚ ਮਤਲਬ ਕੀ ਹੈ, ਉਹ ਦੋਨਾਂ ਦ੍ਰਿਸ਼ਟੀਆਂ ਤੋਂ ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਸਰੀਰਕ ਤੇ ਮਾਨਸਿਕ ਦੋਨਾਂ ਪੱਖਾਂ ਤੋਂ ਅਗਰ ਕਿਰਿਆਸ਼ੀਲ ਨਹੀਂ ਹੈ ਤਾਂ ਉਸ ਸਥਿਤੀ ਦੇ ਵਿੱਚ ਕਿਰਿਆਸ਼ੀਲਤਾ ਦਾ ਸਿਧਾਂਤ ਲਾਗੂ ਨਹੀਂ ਹੋਵੇਗਾ, ਸਰੀਰਕ ਪੱਖੋਂ ਵੀ ਤੇ ਮਾਨਸਿਕ ਪੱਖੋਂ ਵੀ। ਫਰੋਬਲ ਅਨੁਸਾਰ, ਫਰੋਬਲ ਦਾ ਪ੍ਰਸ਼ਨ ਬੜੀ ਵਾਰੀ ਆਇਆ ਕਿ ਬਾਲਕ ਕਿਰਿਆ ਦੁਆਰਾ ਹੀ ਸਿੱਖਦਾ ਹੈ, ਇਸ ਲਈ ਜਿੱਥੋਂ ਤੱਕ ਸੰਭਵ ਹੋ ਸਕੇ ਕਰਕੇ ਸਿੱਖਣ ਦਾ ਅਵਸਰ ਦਿੱਤਾ ਜਾਵੇ। ਧਿਆਨ ਰੱਖਿਓ ਹੂਬਹੂ ਸ਼ਬਦਾਵਲੀ ਨੂੰ ਇਹਦੀ, ਫਰੋਬਲ ਦੀ। ਕੰਮ ਦੁਆਰਾ ਸਿੱਖਣ ਦੀ ਵਿਧੀ ਕਿਰਿਆਸ਼ੀਲਤਾ ਸਿਧਾਂਤ ਉੱਪਰ ਆਧਾਰਿਤ ਹੈ। ਠੀਕ ਹੈ ਜੀ। ਰਾਇਬਰਨ ਕਹਿੰਦਾ ਵੀ ਕਿਰਿਆਸ਼ੀਲਤਾ ਦਾ ਸਿਧਾਂਤ ਸੰਪੂਰਨ ਸਿੱਖਿਆ ਵਿੱਚ ਬੁਨਿਆਦੀ ਮਹੱਤਵ ਰੱਖਦਾ ਹੈ। ਇਹ ਗੱਲ ਰਾਇਬਰਨ ਨੇ ਆਖੀ ਹੈ। ਫਰੋਬਲ ਤੇ ਰਾਇਬਰਨ ਦੋਨਾਂ ਦੀਆਂ ਗੱਲਾਂ ਧਿਆਨ ਰੱਖਣੀਆਂ ਜੀ। ਆਧੁਨਿਕ ਭਾਸ਼ਾ ਵਿਧੀਆਂ ਦੀ ਵਰਤੋਂ ਕਰਨੀ, ਇਹਦੇ ਨਾਲ ਕੀ ਹੋਊਗਾ, ਬੱਚਾ ਕਿਰਿਆਸ਼ੀਲ ਹੀ ਹੋਊਗਾ। ਕਿਰਿਆਸ਼ੀਲਤਾ ਦੇ ਸਿਧਾਂਤ ਦੇ ਕਾਰਨ ਹੀ ਤਾਂ ਆਹ ਦੇਖ ਲਓ, ਆਹ ਪ੍ਰੋਜੈਕਟ ਵਿਧੀ ਹੋਈ, ਕਿੰਡਰਗਾਰਟਨ, ਡਾਲਟਨ, ਮਾਂਟੇਸਰੀ, ਬੇਸਿਕ ਸਿੱਖਿਆ, ਇਹ ਸਾਰੇ ਕਿਰਿਆਸ਼ੀਲਤਾ ਸਿਧਾਂਤ ਦੇ ਉੱਪਰ ਹੀ ਤਾਂ ਜ਼ੋਰ ਦੇ ਰਹੀਆਂ ਇਹ ਵਿਧੀਆਂ ਸਾਰੀਆਂ। ਅਰੇ ਐਵੇਂ ਹੀ ਹੈ ਨਾ, ਇਹ ਸਾਰੀਆਂ ਕਹਿੰਦੀਆਂ ਵੀ ਬੱਚੇ ਨੂੰ ਕਿਰਿਆਸ਼ੀਲ ਕਿਵੇਂ ਕਰਨਾ, ਬੱਚੇ ਨੂੰ ਸਰੀਰਕ ਤੇ ਮਾਨਸਿਕ ਪੱਖ ਤੋਂ, ਦੋਨਾਂ ਪੱਖਾਂ ਤੋਂ ਕਿਰਿਆਸ਼ੀਲ ਕਿਵੇਂ ਕਰਨਾ, ਉਹਦੇ ਵਾਸਤੇ ਆ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਆ ਗਿਆ ਜੀ ਅਭਿਪ੍ਰੇਰਣਾ ਦਾ ਸਿਧਾਂਤ। ਸਿੱਖਣ ਪ੍ਰਕਿਰਿਆ ਦਾ ਸਭ ਤੋਂ ਪ੍ਰਭਾਵਸ਼ਾਲੀ ਕਾਰਕ ਹੈਗਾ ਅਭਿਪ੍ਰੇਰਣਾ। ਅਭਿਪ੍ਰੇਰਣਾ ਸਿੱਖਣ ਪ੍ਰਕਿਰਿਆ ਦਾ ਸਭ ਤੋਂ ਪ੍ਰਭਾਵਸ਼ਾਲੀ ਸਿਧਾਂਤ ਅਭਿਪ੍ਰੇਰਣਾ ਕਹਿੰਦੇ ਕਿਹਨੂੰ ਆ, ਅੰਦਰੂਨੀ ਸ਼ਕਤੀ ਹੈ ਜੋ ਕਿਰਿਆਸ਼ੀਲਤਾ ਉਤਪੰਨ ਕਰਦੀ ਹੈ। ਅਗਰ ਅਭਿਪ੍ਰੇਰਣਾ ਨਹੀਂ ਆਵੇਗੀ ਤਾਂ ਉਹਦੇ ਨਾਲ ਬੱਚਾ ਕਿਰਿਆਸ਼ੀਲ ਨਹੀਂ ਹੋਵੇਗਾ। ਇਸ ਕਰਕੇ ਕਿਰਿਆਸ਼ੀਲ ਦੀ ਜਨਨੀ ਹੈ ਜਿਹੜੀ, ਉਹ ਹੈਗੀ ਅਭਿਪ੍ਰੇਰਣਾ। ਅਤੇ ਉਦੇਸ਼ ਪ੍ਰਾਪਤੀ ਤੱਕ ਨਿਰੰਤਰ ਚੱਲਦੀ ਰਹਿੰਦੀ ਹੈ। ਦੇਖੋ ਜੀ, ਜਿੰਨਾ ਚਿਰ ਉਦੇਸ਼, ਕਿਉਂਕਿ ਕੋਈ ਵੀ ਕਿਰਿਆ ਸਿੱਖਿਆ ਜਿਹੜੀ ਹੈ ਉਹ ਇੱਕ ਉਦੇਸ਼ ਪੂਰਨ ਪ੍ਰਕਿਰਿਆ ਆਪਾਂ ਪੜ੍ਹਦੇ ਹਾਂ। ਜਿੰਨਾ ਚਿਰ ਆਪਾਂ ਉਦੇਸ਼ਾਂ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਚਿਰ ਬੱਚੇ ਨੂੰ ਅਭਿਪ੍ਰੇਰਿਤ ਕਰਨਾ ਹੈ। ਉਹਦੇ ਨਾਲ ਕੀ ਹੋਊਗਾ, ਬੱਚਾ ਕਿਰਿਆਸ਼ੀਲ ਹੋਊਗਾ ਤੇ ਇਹ ਪ੍ਰਕਿਰਿਆ ਜਿਹੜੀ ਉਦੋਂ ਤੱਕ ਚੱਲਦੀ ਰਹੂਗੀ। ਬੱਚੇ ਨੂੰ ਅਭਿਪ੍ਰੇਰਿਤ ਕਰਨ ਲਈ ਪਾਠ ਵਸਤੂ ਪ੍ਰਤੀ ਜਿਗਿਆਸਾ ਉਤਪੰਨ ਕੀਤੀ ਜਾਵੇ ਤੇ ਜਿਗਿਆਸਾ ਸ਼ਾਂਤ ਕਰਨ ਲਈ ਬੱਚਾ ਕਿਰਿਆਸ਼ੀਲ ਹੋਊਗਾ। ਇਹ ਚੀਜ਼ਾਂ ਜਿਹੜੀਆਂ ਇੱਕ ਦੂਜੀ ਨਾਲ ਜੁੜੀਆਂ ਹੋਈਆਂ। ਅਭਿਪ੍ਰੇਰਿਤ ਕੀਤਾ, ਬੱਚੇ ਦੇ ਅੰਦਰ ਜਿਗਿਆਸਾ ਆ ਗਈ, ਉਸ ਤੋਂ ਬਾਅਦ ਕੀ ਹੋਇਆ, ਪਾਠ ਸਮੱਗਰੀ ਪੇਸ਼ ਕੀਤੀ। ਪਾਠ ਸਮੱਗਰੀ ਇਸ ਢੰਗ ਨਾਲ ਪੇਸ਼ ਕੀਤੀ ਕਿ ਬੱਚਾ ਉਹਦੇ ਵਿੱਚ ਰੁਚੀ ਲੈ ਰਿਹਾ ਤੇ ਉਹਦੇ ਨਾਲ ਕੀ ਹੋ ਰਿਹਾ, ਬੱਚਾ ਕਿਰਿਆਸ਼ੀਲ ਹੈ ਜੀ ਪੂਰਾ। ਬਸ ਕੋਈ ਦਿੱਕਤ ਨਹੀਂ। ਕਿਰਿਆਸ਼ੀਲ ਕਿਹਨਾਂ ਪੱਖਾਂ ਤੋਂ, ਦੋਨਾਂ ਪੱਖਾਂ ਤੋਂ, ਸਰੀਰਕ ਅਤੇ ਮਾਨਸਿਕ। ਨਿਸ਼ਚਿਤ ਉਦੇਸ਼ ਅਤੇ ਪਾਠ ਸਮੱਗਰੀ ਦਾ ਸਿਧਾਂਤ। ਦੇਖੋ ਜੀ, ਪੰਜਾਬੀ ਭਾਸ਼ਾ ਦੇ ਜਿਹੜੇ ਉਦੇਸ਼, ਆਪਾਂ ਗੱਲ ਕੀਤੀ ਸੀ ਨਾ ਉਦੇਸ਼ਾਂ ਦੀ, ਉਦੇਸ਼ ਹੈ ਜਿਹੜੇ ਪੰਜਾਬੀ ਭਾਸ਼ਾ ਅਧਿਆਪਨ ਦੇ, ਉਹ ਗਿਆਨ, ਕੌਸ਼ਲ, ਰੁਚੀ, ਅਭਿਰੁਚੀ ਦਾ ਵਿਕਾਸ ਕਰਨਾ ਹੁੰਦਾ। ਵੀ ਆਪਾਂ ਉਦੇਸ਼ਾਂ ਦੀ ਗੱਲ ਕੀਤੀ ਸੀ, ਉਹਦੇ ਵਿੱਚ ਆਪਣਾ ਕੀ ਸੀਗਾ ਵੀ ਉਦੇਸ਼ਾਂ ਦੇ ਵਿੱਚ ਕੀ ਸੀ, ਬੱਚੇ ਦੇ ਗਿਆਨ ਦਾ ਵਿਕਾਸ ਕਰਨਾ, ਕੌਸ਼ਲਾਂ ਦਾ, ਰੁਚੀ ਦਾ, ਅਭਿਰੁਚੀ ਦਾ। ਇਹਨਾਂ ਉਦੇਸ਼ਾਂ ਦਾ ਇੱਕ ਨਿਸ਼ਚਿਤ ਅਨੁਪਾਤ ਹੁੰਦਾ ਹੈ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਪਾਠ ਸਮੱਗਰੀ ਹੈ ਜਿਹੜੀ ਉਹ ਬੱਚਿਆਂ ਦੇ ਪੱਧਰ ਦੇ ਅਨੁਕੂਲ ਕਰਨੀ ਚਾਹੀਦੀ ਹੈ, ਬੱਚਿਆਂ ਦੇ ਲੈਵਲ ਦੇ ਅਨੁਕੂਲ ਹੋਣੀ ਚਾਹੀਦੀ। ਹੁਣ ਅੱਗੇ ਜੀ ਵਿਅਕਤੀਗਤ ਭਿੰਨਤਾ ਦਾ ਸਿਧਾਂਤ। ਬਿਲਕੁਲ ਜੀ, ਹਰ ਬੰਦੇ ਦੀ, ਹਰ ਬੱਚੇ ਦੀ, ਹਰ ਬਾਲਕ ਦੀ
ਆਪਣੀ ਆਪਣੀ ਇੱਕ ਇੰਡੀਵਿਜੂਅਲ ਪਰਸਨੈਲਿਟੀ ਹੈ। ਉਹਦੇ ਆਧਾਰ ਤੇ ਆਪਾਂ ਉਹਨੂੰ ਸਿਖਾਵਾਂਗੇ, ਹੈ ਨਾ। ਮੈਂ ਤੁਹਾਨੂੰ ਦੱਸਿਆ ਨਾ ਜਿਵੇਂ ਕਿ ਜਮਾਤ ਦੇ ਵਿੱਚ ਵਿਦਿਆਰਥੀ ਕਮਜ਼ੋਰ ਵੀ ਬੈਠੇ ਹੁੰਦੇ ਆ ਤੇ ਹੁਸ਼ਿਆਰ ਵੀ, ਤੇ ਮੀਡੀਅਮ 'ਚ ਵੀ ਵਿਚਾਰੇ ਬੈਠੇ ਹੁੰਦੇ। ਹਾਂ, ਆਪਣੀ ਵਿਲੱਖਣ ਸ਼ਖਸੀਅਤ ਹੁੰਦੀ ਹੈ। ਵਿਲੱਖਣ ਸ਼ਖਸੀਅਤ ਇੰਡੀਵਿਜੂਅਲ ਪਰਸਨੈਲਿਟੀ ਜਿਹੜੀ ਇੱਕ ਬੱਚੇ ਨੂੰ ਦੂਸਰੇ ਬੱਚੇ ਤੋਂ ਅਲੱਗ ਕਰਦੀ ਹੈ। ਉਹ ਕੀ ਚੀਜ਼ ਹੈ? ਉਹ ਵਿਅਕਤੀਗਤ ਭਿੰਨਤਾ ਹੀ ਤਾਂ ਹੈ। ਹਰ ਬੱਚਾ ਇੱਕ ਦੂਜੇ ਤੋਂ ਭਿੰਨ ਹੈ। ਅਧਿਆਪਕ ਨੂੰ ਹਰ ਬੱਚੇ ਉੱਪਰ ਵਿਅਕਤੀਗਤ ਧਿਆਨ ਦੇਣਾ ਚਾਹੀਦਾ। ਬਿਲਕੁਲ, ਅਸਲ ਦੇ ਵਿੱਚ ਦੋਨਾਂ ਤਰੀਕਿਆਂ ਦੇ ਵਿੱਚ ਧਿਆਨ ਦੇਣਾ ਚਾਹੀਦਾ, ਵਿਅਕਤੀਗਤ ਅਤੇ ਸਮੂਹਿਕ। ਹਾਂ, ਵਿਅਕਤੀਗਤ ਆ ਜਿਹੜਾ ਉਹ ਮੁੱਖ ਹੈ ਇੱਥੇ ਜਦੋਂ ਆਪਾਂ ਭਾਸ਼ਾ ਅਧਿਆਪਨ ਦੇ ਸਿਧਾਂਤਾਂ ਦੀ ਗੱਲ ਕਰੀਏ, ਕਿਉਂਕਿ ਵਿਅਕਤੀਗਤ ਭਿੰਨਤਾ ਜਿਹੜੀ ਉਹ ਭਾਸ਼ਾ ਅਧਿਆਪਨ ਦੇ ਸਿਧਾਂਤਾਂ ਦੇ ਵਿੱਚ ਹੈ। ਹਾਂਜੀ, ਹਰ ਬੱਚੇ ਦੀਆਂ ਭਾਸ਼ਾਈ ਕਮੀਆਂ ਭਿੰਨ ਭਿੰਨ ਹੈ ਜੀ। ਕੋਈ ਬੱਚੇ ਦਾ ਉਚਾਰਨ ਸ਼ੁੱਧ ਨਹੀਂ ਹੈ, ਕੋਈ ਲਿਖ ਨਹੀਂ ਸਕਦਾ ਵਧੀਆ, ਕੋਈ ਪੜ੍ਹ ਨਹੀਂ ਸਕਦਾ ਵਧੀਆ, ਐਵੇਂ ਹੀ ਹੈ ਨਾ। ਇਹ ਹਰ ਇੱਕ ਬੱਚੇ ਦੀ ਆਪਣੀ ਆਪਣੀ ਕਮੀ ਹੈ। ਹਾਂ, ਭਾਸ਼ਾ ਇੱਕ ਕੌਸ਼ਲ ਹੈ ਤੇ ਇਸ ਉੱਤੇ ਅਧਿਕਾਰ ਵਿਅਕਤੀਗਤ ਸਮਰੱਥਾ ਦੇ ਆਧਾਰ ਤੇ ਹੀ ਸੰਭਵ ਹੈ। ਇਹ ਜਿਹੜਾ ਮਤਲਬ ਭਾਸ਼ਾ ਦੇ ਉੱਪਰ ਅਧਿਕਾਰ ਪ੍ਰਾਪਤ ਕਰਨਾ, ਬੱਚੇ ਨੇ ਕਿੰਨੀ ਭਾਸ਼ਾ ਸਿੱਖ ਲਈ ਆ, ਉਹ ਕਿਹੜੀ ਚੀਜ਼ ਤੇ ਨਿਰਭਰ ਹੈ? ਬੱਚੇ ਦੀ ਵਿਅਕਤੀਗਤ ਭਿੰਨਤਾ ਦੇ ਸਿਧਾਂਤ ਤੇ। ਬਾਲ ਕੇਂਦਰਿਤ ਦਾ ਸਿਧਾਂਤ, ਅੱਜ ਦੀ ਆਧੁਨਿਕ ਸਿੱਖਿਆ ਬਾਲ ਕੇਂਦਰਿਤ ਹੈ। ਵਰਤਮਾਨ ਦੇ ਵਿੱਚ ਜਿਹੜੀ ਸਾਡੀ ਐਜੂਕੇਸ਼ਨ ਪ੍ਰਣਾਲੀ ਦਾ ਜਿਹੜਾ ਸਿੱਖਿਆ ਦਾ ਆਧਾਰ ਹੈ, ਉਹ ਸਿੱਖਿਆ ਦੀ ਜਿਹੜੀ ਧੁਰੀ ਹੈ ਤੇ ਉਹ ਸਾਡਾ ਕੌਣ ਹੈ? ਸਾਡਾ ਬਾਲਕ ਹੈ। ਹਾਂ, ਸਿੱਖਿਆ ਦਾ ਕੇਂਦਰ ਜਾਂ ਧੁਰੀ ਬਾਲਕ ਹੈ ਜੀ। ਭਾਸ਼ਾ ਸਿਖਾਉਂਦੇ ਸਮੇਂ ਬਾਲਕ ਦਾ ਸੁਭਾਅ, ਉਹਦੇ ਆਸੇ ਪਾਸੇ ਦਾ ਵਾਤਾਵਰਣ, ਉਹਦੀ ਯੋਗਤਾ, ਉਹਦੀ ਵਿਅਕਤੀਗਤ ਭਿੰਨਤਾ ਨੂੰ ਆਧਾਰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸ਼ਬਦ ਭੰਡਾਰ ਵਿੱਚ ਵਾਧਾ ਕਰਨ ਤੋਂ ਪਹਿਲਾਂ, ਮੰਨ ਲਓ ਹੁਣ ਬੱਚਾ, ਭਾਸ਼ਾ ਸਿਖਾਉਣ ਦਾ ਮਤਲਬ ਹੈ ਵੀ ਬੱਚੇ ਦੇ ਸ਼ਬਦ ਭੰਡਾਰ ਦੇ ਵਿੱਚ ਵਾਧਾ ਕਰਨਾ। ਤੇ ਸ਼ਬਦ ਭੰਡਾਰ ਦੇ ਵਿੱਚ ਵਾਧਾ ਕਰਨ ਵਾਸਤੇ ਹੁਣ ਆਪਾਂ ਆਰੰਭ ਦੇ ਵਿੱਚ ਬੱਚੇ ਨੂੰ ਸਾਹਿਤਕ ਸ਼ਬਦਾਵਲੀ ਥੋੜਾ ਸਿਖਾਉਣ ਲੱਗ ਜਾਂਦੇ ਹਾਂ। ਕੋਈ ਡਾਕਟਰਾਂ ਵਾਲੀ ਬੋਲੀ ਥੋੜਾ ਸਿਖਾਉਣ ਲੱਗ ਜਾਂਦੇ, ਡਾਕਟਰਾਂ ਵਾਲੀ ਸ਼ਬਦਾਵਲੀ, ਵਕੀਲਾਂ ਵਾਲੀ ਸ਼ਬਦਾਵਲੀ ਥੋੜਾ ਸਿਖਾਉਂਦੇ ਹਾਂ। ਆਰੰਭ ਦੇ ਵਿੱਚ ਆਪਾਂ ਕੀ ਕਰਦੇ ਆ ਕਿ ਉਸ ਦੇ ਸਰੀਰ ਦੇ ਅੰਗਾਂ ਦੇ ਨਾਮ, ਉਹਦੇ ਘਰ ਦੇ, ਹੈ ਨਾ, ਜਿਵੇਂ ਘਰ ਦੇ ਵਿੱਚ ਕੋਈ, ਹੈ ਨਾ, ਆਸ ਪੜੋਸ ਜਾਂ ਕੁਛ ਵੀ ਜਿਹੜੀਆਂ ਚੀਜ਼ਾਂ ਉਹ ਵੇਖਦਾ ਰਹਿੰਦਾ, ਅਕਸਰ ਪਿੰਡ ਦੇ ਨਾਲ ਸੰਬੰਧਿਤ ਸ਼ਬਦਾਵਲੀ ਸਿਖਾਈ ਜਾਂਦੀ ਹੈ ਸ਼ੁਰੂ ਦੇ ਵਿੱਚ। ਜਿਨ੍ਹਾਂ ਚੀਜ਼ਾਂ ਦੇ ਵਿੱਚ ਬੱਚਾ ਇੰਟਰਸਟ ਲੈਂਦਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਮ ਲੈਂਦਾ ਵੀ ਜੋ ਮੰਨ ਲਓ ਸਰੀਰ ਦੇ ਅੰਗਾਂ ਦੇ ਹੋ ਗਏ, ਫਲ ਫਰੂਟਾਂ ਦੇ ਨਾਮ ਹੋ ਗਏ, ਜਾਨਵਰਾਂ ਦੇ, ਪੰਛੀਆਂ ਦੇ ਨਾਮ। ਇਹ ਬੱਚੇ ਨੂੰ ਆਰੰਭਿਕ ਸਿੱਖਿਆ ਦੇ ਵਿੱਚ ਕਿਉਂ ਸਿਖਾਏ ਜਾਂਦੇ ਆ? ਕਾਰਨ ਇਹਦਾ ਕੀ ਹੈ? ਬਾਲ ਕੇਂਦਰਿਤ ਦਾ ਸਿਧਾਂਤ। ਅੱਗੇ ਦੇਖੋ ਜੀ, ਅਨੁਕਰਨ ਦਾ ਸਿਧਾਂਤ। ਬੱਚੇ ਵਿੱਚ ਅਨੁਕਰਨ ਕਰਨ ਦੀ ਪ੍ਰਕਿਰਤੀ ਸੁਭਾਵਿਕ ਹੈ। ਇਹ ਕੋਈ ਇਸ ਪ੍ਰਕਿਰਤੀ ਨੂੰ ਕੋਈ ਵੀ ਬੱਚੇ ਦੇ ਢਿੱਡ ਦੇ ਵਿੱਚ ਧੱਕੇ ਨਾਲ ਨਹੀਂ ਪਾ ਸਕਦਾ। ਇਹ ਬੱਚੇ ਦੇ ਅੰਦਰ ਸੁਭਾਵਿਕ ਹੈ ਅਨੁਕਰਨ ਕਰਨਾ। ਭਾਸ਼ਾ ਸਿੱਖਣ ਲਈ ਵਿਦਿਆਰਥੀ ਸ਼ਬਦ, ਵਾਕ, ਅਰਥ ਇਹ ਅਨੁਕਰਨ ਦੇ ਦੁਆਰਾ ਸਿੱਖਦਾ ਹੈ। ਵਿਦਿਆਰਥੀ ਅਧਿਆਪਕ ਦਾ ਅਨੁਕਰਨ ਕਰਦਾ ਹੈ। ਇਸ ਕਾਰਨ ਅਧਿਆਪਕ ਭਾਸ਼ਾ ਦੇ ਬੋਲਚਾਲ ਅਤੇ ਲਿਖਤ ਦੋਨਾਂ ਰੂਪਾਂ ਨੂੰ, ਮੌਖਿਕ ਅਤੇ ਲਿਖਤ ਦੋਨਾਂ ਰੂਪਾਂ ਨੂੰ ਸ਼ੁੱਧ ਅਤੇ ਸਪਸ਼ਟ ਰੂਪ ਵਿੱਚ ਪੇਸ਼ ਕਰੇ ਅਤੇ ਆਪਣੀਆਂ ਅਸ਼ੁੱਧੀਆਂ ਪ੍ਰਤੀ ਸੁਚੇਤ ਰਹੇ। ਅਧਿਆਪਕ ਦਾ ਇੱਕ ਅਹਿਮ ਗੁਣ, ਜ਼ਰੂਰੀ ਗੁਣ ਹੋਣਾ ਚਾਹੀਦਾ ਹੈ। ਅੱਗੇ ਆ ਗਿਆ ਜੀ ਸਾਡਾ ਅਭਿਆਸ ਦਾ ਸਿਧਾਂਤ। ਕਰਤ ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ, ਰੱਸੀ ਆਵਤ ਜਾਤ ਕੇ ਸਿਰ ਪਰ ਪਰਤ ਨਿਸ਼ਾਨ। ਸ਼ਾਇਦ ਐਵੇਂ ਬੜਾ ਚਿਰ ਹੋ ਗਿਆ ਮੈਨੂੰ ਹਿੰਦੀ ਪੜ੍ਹੀ ਨੂੰ। ਹਾਂ, ਕਈ ਵਾਰੀ ਯਾਦ ਆ ਜਾਂਦਾ, ਕਈ ਵਾਰੀ ਨਹੀਂ, ਕੁਛ ਹੋ ਸਕਦਾ ਮੈਂ ਗਲਤ ਵੀ ਬੋਲ ਕੇ ਆਵਾਂ, ਚਲੋ ਕੋਈ ਨਹੀਂ, ਠੀਕ। ਹਾਂਜੀ, ਅਭਿਆਸ ਦਾ ਸਿਧਾਂਤ। ਭਾਸ਼ਾ ਇੱਕ ਕੌਸ਼ਲ ਹੈ ਤੇ ਇਹਦਾ ਵਿਕਾਸ ਹੈ ਜਿਹੜਾ ਉਹ ਅਭਿਆਸ ਉੱਪਰ ਨਿਰਭਰ ਕਰਦਾ ਹੈ। ਤੁਸੀਂ ਕਦੇ ਦੇਖ ਲਿਓ, ਅਭਿਆਸ ਹੈ ਨਾ, ਜਿੰਨਾ ਚਿਰ ਸਾਡਾ ਕੋਈ ਮੰਨ ਲਓ ਬਾਹਰੀ ਭਾਸ਼ਾ ਸਿੱਖ ਲਈ ਅਸੀਂ, ਕੋਈ 2-4 ਸ਼ਬਦ, ਕੋਈ 5-7, 10, 20, 25 ਸ਼ਬਦ ਸਿੱਖ ਲਏ ਕਿਸੇ ਭਾਸ਼ਾ ਦੇ, ਉਹ ਆਪਾਂ ਨੂੰ ਉਨਾ ਚਿਰ ਟਾਈਮ ਯਾਦ ਰਹਿਣਗੇ ਜਿੰਨਾ ਚਿਰ ਉਹ ਵਰਤੋਂ ਦੇ ਵਿੱਚ ਹੈ, ਜਿੰਨਾ ਚਿਰ ਉਹਨਾਂ ਨੂੰ ਆਪਾਂ ਯੂਜ਼ ਕਰ ਰਹੇ ਹਾਂ। ਇਸੇ ਨੂੰ ਤਾਂ ਅਭਿਆਸ ਦਾ ਸਿਧਾਂਤ ਕਹਿੰਦੇ ਆ। ਅਭਿਆਸ ਦਾ ਸਿਧਾਂਤ ਆਈ ਹੈ ਕਿਉਂਕਿ ਉਹਦਾ ਅਭਿਆਸ ਹੋ ਰਿਹਾ। ਮੰਨ ਲਓ ਉਹ ਅੱਖਰ ਸ਼ਬਦ ਆਪਣੇ ਯੂਜ਼ ਦੇ ਵਿੱਚ ਹੀ ਨਹੀਂ ਹੈ। ਹੁਣ ਨੰਗਾ ਤੇ ਜਿਹੜਾ ਹੈਗਾ ਨੰਗਾ ਤੇ ਨਈਆਂ, ਇਹ ਦੋਨੋਂ ਸ਼ਬਦ ਯੂਜ਼ ਦੇ ਵਿੱਚ ਨਹੀਂ ਰਹਿ ਗਏ ਤੇ ਉਹ ਸਾਡੇ ਕੀ ਹੋਇਆ ਵੀ ਸਾਡੇ ਲੋਕ ਹੈ ਜਿਹੜੇ ਉਸ ਚੀਜ਼ ਨੂੰ ਕੀ ਹੋਇਆ, ਬਸ ਵਿਸਾਰ ਗਏ। ਇਸੇ ਨੂੰ ਅਭਿਆਸ ਦਾ ਸਿਧਾਂਤ ਹੈ। ਹਾਂ, ਅਭਿਆਸ ਕ੍ਰਮ ਜਦੋਂ ਟੁੱਟ ਗਿਆ ਤੇ ਭਾਸ਼ਾ ਦੇ ਉੱਪਰੋਂ ਅਧਿਕਾਰ ਖਤਮ ਹੋ ਜਾਊਗਾ। ਵਿਦਿਆਰਥੀ ਐਵੇਂ ਫੋਨ ਕਰਦੇ ਹੁੰਦੇ ਆ, ਹਾਂਜੀ ਗੁਰੂ ਅਸੀਂ ਤਾਂ ਗੁਰੂ 10ਵੀਂ ਦੇ ਵਿੱਚ ਸੀਗੀ ਪੰਜਾਬੀ, ਉਸ ਤੋਂ ਬਾਅਦ ਕਦੇ ਨਹੀਂ ਪੜ੍ਹੀ। ਉਹਨਾਂ ਦੇ ਉੱਪਰ ਅਭਿਆਸ ਦਾ ਸਿਧਾਂਤ ਲਾਗੂ ਹੋ ਰਿਹਾ ਕਿਉਂਕਿ 10ਵੀਂ ਜਮਾਤ ਦੇ ਵਿੱਚ ਉਹਨਾਂ ਦੇ ਅਭਿਆਸ ਦਾ ਕ੍ਰਮ ਟੁੱਟ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ, ਉਹ ਜਿਹੜਾ ਭਾਸ਼ਾ ਦੇ ਉੱਪਰ ਅਧਿਕਾਰ ਸੀ ਉਹਨਾਂ ਦਾ ਤੇ ਉਹ ਹੌਲੀ ਹੌਲੀ ਕੀ ਹੋਇਆ, ਖਤਮ ਹੋ ਗਿਆ ਜਾਂ ਘਟ ਗਿਆ। ਹਾਂ, ਪ੍ਰਾਪਤ ਕੀਤੇ ਗਿਆਨ ਨੂੰ ਯਾਦਾਸ਼ਤ ਜਾਂ ਸਿਮਰਤੀ ਦਾ ਹਮੇਸ਼ਾ ਵਾਸਤੇ ਜੇ ਆਪਾਂ ਚਾਹੁੰਦੇ ਹਾਂ ਹਿੱਸਾ ਬਣੇ, ਜਿਹੜਾ ਸਾਡਾ ਗਿਆਨ ਅਸੀਂ ਪ੍ਰਾਪਤ ਕਰਦੇ ਹਾਂ ਹਮੇਸ਼ਾ ਸਾਡੀ ਮੈਮਰੀ ਦੇ ਵਿੱਚ ਰਵੇ, ਉਹਦੇ ਵਾਸਤੇ ਸਾਨੂੰ ਅਭਿਆਸ ਜ਼ਰੂਰੀ ਹੈ। ਹੁਣ ਆ ਗਿਆ ਜੀ ਚੋਣ ਦਾ ਸਿਧਾਂਤ, ਸਿਲੈਕਸ਼ਨ। ਭਾਸ਼ਾ ਸਿੱਖਿਆ ਦੇ ਸਾਰੇ ਉਦੇਸ਼ਾਂ ਦੀ ਸਿੱਖਿਆ ਇੱਕੋ ਸਮੇਂ
ਨਹੀਂ ਦਿੱਤੀ ਜਾ ਸਕਦੀ। ਸਾਰੇ ਉਦੇਸ਼ਾਂ ਨੂੰ ਇੱਕੋ ਸਮੇਂ ਆਪਾਂ ਲਾਗੂ ਨਹੀਂ ਕਰ ਸਕਦੇ, ਅਤੇ ਜਿਹੜੇ ਉਦੇਸ਼ਾਂ ਦੀ ਪਹਿਲਾਂ ਅਤੇ ਕਿਹੜੇ ਵਿੱਚ ਬਾਅਦ ਵਿੱਚ ਸਿੱਖਿਆ ਜਾਊਗਾ, ਇਹਦਾ ਕ੍ਰਮ ਅਤੇ ਚੋਣ ਕਰ ਲਈ ਜਾਵੇ। ਇਹ ਜ਼ਰੂਰੀ ਹੈ ਵੀ ਕਿਹੜਾ ਉਦੇਸ਼ ਆਪਾਂ ਕਿਹੜੇ ਉਦੇਸ਼ ਨੂੰ ਪਹਿਲਾਂ ਲਾਗੂ ਕਰਨਾ ਹੈ ਤੇ ਕਿਹੜੇ ਨੂੰ ਬਾਅਦ ਵਿੱਚ। ਹਾਂ, ਹੁਣ ਆ ਗਿਆ ਜੀ ਅਨੁਪਾਤ ਅਤੇ ਕ੍ਰਮ ਦਾ ਸਿਧਾਂਤ। ਅਨੁਪਾਤ ਅਤੇ ਕ੍ਰਮ ਦਾ ਸਿਧਾਂਤ। ਭਾਸ਼ਾ ਸਿੱਖਿਆ ਦੇ 4 ਉਦੇਸ਼ ਹੈ ਜੀ: ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ। ਇਹਨਾਂ ਦੀ ਯੋਗਤਾ ਦਾ ਵਿਕਾਸ ਸਾਰੇ ਉਦੇਸ਼ਾਂ ਉੱਪਰ ਇੱਕੋ ਜਿਹੇ ਅਨੁਪਾਤ ਵਿੱਚ ਜ਼ੋਰ ਦਿੱਤਾ ਜਾਵੇ। ਐਵੇਂ ਨਹੀਂ ਵੀ ਆਹ ਜਿਹੜਾ ਹੁਣ ਧਿਆਨ ਵਿੱਚ ਰੱਖਿਓ ਇਸ ਗੱਲ ਨੂੰ, ਇਹਨੂੰ ਅਨੁਪਾਤ ਅਤੇ ਕ੍ਰਮ ਦਾ ਸਿਧਾਂਤ ਦਿੱਤਾ ਜਾਂਦਾ ਹੈ। ਵੀ ਜਦੋਂ ਭਾਸ਼ਾ ਸਿੱਖਿਆ ਦੇ ਵਿੱਚ 4 ਕੌਸ਼ਲਾਂ ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ ਤੇ ਇੱਕ ਬਰਾਬਰ ਜ਼ੋਰ ਦਿੱਤਾ ਜਾਂਦਾ ਹੈ ਤਾਂ ਉਹਨੂੰ ਕਿਹਾ ਜਾਂਦਾ ਹੈ ਅਨੁਪਾਤ ਤੇ ਕ੍ਰਮ ਦਾ ਸਿਧਾਂਤ। ਬੱਚੇ ਦੀ ਮਾਨਸਿਕ ਅਵਸਥਾ, ਸ਼੍ਰੇਣੀ ਦੇ ਪੱਧਰ, ਮੌਕੇ ਦੀ ਲੋੜ ਅਨੁਸਾਰ ਭਾਸ਼ਾ ਦੇ ਅੰਗ ਹੈ ਜਿਹੜੇ ਉਹਨਾਂ ਦੇ ਅਨੁਪਾਤ ਤੇ ਕ੍ਰਮ ਨਿਰਧਾਰਿਤ ਕੀਤਾ ਜਾਵੇ। ਹੁਣ ਆ ਗਿਆ ਜੀ ਜੀਵਨ ਨਾਲ ਇੱਕ ਸੁਰਤਾ। ਦੇਖੋ ਜੀ, ਸਿੱਖਿਆ ਉਦੋਂ ਹੀ ਕਾਰਗਰ ਹੈ ਬੱਚੇ ਵਾਸਤੇ ਜਦੋਂ ਉਹਦਾ ਸੰਬੰਧ ਜੀਵਨ ਦੇ ਨਾਲ ਹੋਵੇ, ਕਿਉਂਕਿ ਜੀਵਨ ਦੇ ਵਿੱਚ ਸਿੱਖਿਆ ਅਗਰ ਕਿਸੇ ਕੰਮ ਨਹੀਂ ਆ ਰਹੀ, ਉਹ ਜਿਹੜੀ ਭਾਸ਼ਾ ਸਿੱਖੀ ਹੋਈ ਤਾਂ ਉਹ ਸਮਝੋ ਵੀ ਫਿਰ ਉਸ ਦਾ ਚੀਜ਼ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਸਿੱਖਿਆ ਨੂੰ ਜੀਵਨ ਦੇ ਨਾਲ ਇੱਕ ਸੁਰ ਕੀਤਾ ਜਾਵੇ, ਬੱਚੇ ਦੇ ਜੀਵਨ ਦੇ ਨਾਲ ਸੰਬੰਧਿਤ ਹੋਵੇ। ਤਾਂ ਹੀ ਤਾਂ ਪਾਠ ਸਮੱਗਰੀ ਦੇ ਨਾਲ ਸੰਬੰਧਿਤ ਉਦਾਹਰਨਾਂ ਹੈ ਜਿਹੜੀਆਂ ਉਹ ਬੱਚੇ ਦੀ ਰੋਜ਼ਾਨਾ ਜੀਵਨ ਦੇ ਵਿੱਚੋਂ ਲਈਆਂ ਜਾਂਦੀਆਂ, ਤਾਂ ਜੋ ਬੱਚਾ ਹੈ ਜਿਹੜਾ ਉਹ ਕੋਈ ਵੀ ਕੰਮ ਕਰੇ, ਭਾਸ਼ਾ ਜਿਹੜੀ ਉਹਦੇ ਵਿੱਚ ਮਦਦਗਾਰ ਸਾਬਿਤ ਹੋਵੇ। ਲਿਖਤ ਕਾਰਜ ਤੋਂ ਪਹਿਲਾਂ ਮੌਖਿਕ ਕਾਰਜ ਦਾ ਸਿਧਾਂਤ ਹੈ ਜੀ। ਦੇਖੋ, ਬੱਚਾ ਸਭ ਤੋਂ ਪਹਿਲਾਂ ਬੋਲਣਾ ਸਿੱਖੂਗਾ, ਇਸ ਕਰਕੇ ਮੌਖਿਕ ਕਾਰਜ ਕੀਤਾ ਜਾਵੇ। ਮਤਲਬ ਬੱਚੇ ਦੇ ਪਹਿਲਾਂ ਜਿਹੜੇ ਹੈਗੇ ਆ ਸੁਣਨਾ ਤੇ ਬੋਲਣਾ, ਉਹਨਾਂ ਦੇ ਬਾਰੇ ਧਿਆਨ ਦਿੱਤਾ ਜਾਵੇ, ਫਿਰ ਪੜ੍ਹਨਾ ਅਤੇ ਬਾਅਦ ਵਿੱਚ ਲਿਖਤ ਕਾਰਜ। ਵਰਣਮਾਲਾ ਲਿਖਣਾ ਸਿਖਾਉਣ ਤੋਂ ਪਹਿਲਾਂ ਵਰਣਮਾਲਾ ਪੜ੍ਹਨ ਦਾ ਅਭਿਆਸ ਕਰਾਇਆ ਜਾਵੇ। ਇਹਨੂੰ ਕੀ ਕਿਹਾ ਜਾਂਦਾ ਹੈ? ਲਿਖਤ ਕਾਰਜ ਤੋਂ ਪਹਿਲਾਂ ਮੌਖਿਕ ਕਾਰਜ। ਹਾਂ, ਲਿਖਣ ਅਤੇ ਬੋਲਣ ਵਿੱਚ ਸੁਮੇਲਤਾ ਹੋਣੀ ਚਾਹੀਦੀ ਹੈ। ਦੇਖੋ ਜੀ, ਹਰ ਭਾਸ਼ਾ ਦਾ ਕੋਈ ਵੀ ਭਾਸ਼ਾ ਤੇ ਇੱਕ ਰੂਲ ਲਾਗੂ ਹੁੰਦਾ ਹੈ, ਜਿਵੇਂ ਬੋਲੋ ਤਿਵੇਂ ਲਿਖੋ। ਇਹਨੂੰ ਕਿਹਾ ਜਾਂਦਾ ਹੈ ਲਿਖਣ ਅਤੇ ਬੋਲਣ ਵਿੱਚ ਸੁਮੇਲਤਾ। ਇਹ ਦੋਨੋਂ ਵੱਖ-ਵੱਖ ਕਿਰਿਆਵਾਂ ਨਹੀਂ ਹਨ, ਬਹੁਤ ਇੰਪੋਰਟੈਂਟ ਗੱਲ ਹੈ। ਅੱਡ-ਅੱਡ ਕਿਰਿਆਵਾਂ ਨਹੀਂ ਆ ਵੀ ਬੋਲਣਾ ਅਤੇ ਲਿਖਣਾ, ਕਿਉਂਕਿ ਜਿਵੇਂ ਬੋਲਣਾ ਉਵੇਂ, ਜਿਵੇਂ ਬੋਲੋ ਤਿਵੇਂ ਲਿਖੋ ਸਿਧਾਂਤ ਲਾਗੂ ਹੁੰਦਾ ਹੈ ਕੋਈ ਵੀ ਭਾਸ਼ਾ ਦੇ ਉੱਪਰ। ਹਾਂ, ਵੱਖ-ਵੱਖ ਕਿਰਿਆਵਾਂ ਨਹੀਂ ਸਮਝਣਾ ਇਹਨਾਂ ਨੂੰ। ਜੇ ਅਗਰ ਵੱਖ-ਵੱਖ ਕਿਰਿਆਵਾਂ ਸ਼ਬਦ ਸਮਝ ਲਈਆਂ ਤੇ ਸ਼ਬਦ ਜੋੜਾਂ ਦੀਆਂ ਜਿਹੜੀਆਂ ਗਲਤੀਆਂ ਕਿਉਂ ਹੁੰਦੀਆਂ? ਕਿਉਂਕਿ ਲਿਖਣ ਤੇ ਬੋਲਣ ਦੇ ਸਿਧਾਂਤ ਵਿੱਚ ਸੁਮੇਲਤਾ ਨਹੀਂ। ਲਿਖਣ ਤੇ ਬੋਲਣ ਦਾ ਮਤਲਬ ਕੀ ਹੈ? ਵੀ ਸ਼ੁੱਧ ਬੋਲੋਗੇ ਤਾਂ ਸ਼ੁੱਧ ਲਿਖੋਗੇ, ਬਸ ਗੱਲ ਖਤਮ। ਇਹਨੂੰ ਕਿਹਾ ਜਾਂਦਾ ਲਿਖਣ ਦਾ ਅਤੇ ਬੋਲਣ ਦੇ ਸੁਮੇਲਤਾ ਦਾ ਸਿਧਾਂਤ। ਹੁਣ ਆ ਗਿਆ ਜੀ ਬੋਲਚਾਲ ਦਾ ਸਿਧਾਂਤ। ਸ਼ਬਦ ਭਾਸ਼ਾ ਦੇ ਵਿੱਚ ਨਿਪੁੰਨਤਾ ਆਉਂਦੀ ਹੈ ਬੋਲਚਾਲ ਨਾਲ, ਗੱਲਬਾਤ ਨਾਲ। ਤਾਂ ਹੀ ਤਾਂ ਕਹਿੰਦੇ ਆ ਵੀ ਵਿਦਿਆਰਥੀ ਨੂੰ ਜਮਾਤ ਦੇ ਵਿੱਚ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ ਉਹਨੂੰ ਸੰਪ੍ਰੇਖਣ ਕਰਨ ਦੇ। ਬੋਲਚਾਲ ਦੇ ਜਿੰਨੇ ਮੌਕੇ ਮਿਲਣਗੇ ਵਿਦਿਆਰਥੀ ਦੀ ਭਾਸ਼ਾ ਦਾ ਵਿਕਾਸ ਉਨੀ ਤੇਜ਼ ਹੋਵੇਗਾ, ਉਨੀ ਜਲਦੀ ਹੋਵੇਗਾ। ਇਹਨੂੰ ਬੋਲਚਾਲ ਦੇ ਸਿਧਾਂਤ ਦਾ ਸੰਬੰਧ ਆ ਜਿਹੜਾ ਭਾਸ਼ਾ ਦੀ ਵਿਵਹਾਰਿਕ ਵਰਤੋਂ ਦੇ ਨਾਲ ਹੈ, ਉਹਦਾ ਪ੍ਰੈਕਟੀਕਲ ਯੂਜ਼ ਹੈ ਭਾਸ਼ਾ ਦਾ। ਇਹਨੂੰ ਤਾਂ ਕਿਹਾ ਜਾਂਦਾ ਬੋਲਚਾਲ। ਬੋਲਚਾਲ ਕੋਈ ਸਿਧਾਂਤਿਕ ਕਿਰਿਆ ਨਹੀਂ ਗੀ, ਬੋਲਚਾਲ ਤਾਂ ਪ੍ਰੈਕਟੀਕਲ ਹੀ ਚੀਜ਼ ਹੈ। ਵੀ ਬੋਲਚਾਲ ਤਾਂ ਮਤਲਬ ਕੀ ਹੈ ਵੀ ਇੱਕ ਪ੍ਰੈਕਟੀਕਲ ਕਰਕੇ ਦੇਖਾਂਗੇ ਉਹਦਾ, ਫੇਰ ਹੀ ਬੋਲਚਾਲ ਸੰਭਵ ਹੋਊਗਾ। ਬੱਚੇ ਨੂੰ ਵੱਧ ਤੋਂ ਵੱਧ ਬੋਲਣ ਦਾ ਮੌਕਾ ਦਿੱਤਾ ਜਾਵੇ। ਹਾਂ, ਅਧਿਕਾਰ ਜਲਦੀ ਪ੍ਰਾਪਤ ਹੁੰਦਾ ਇਹਦੇ ਨਾਲ। ਬੱਚੇ ਦੇ ਭਾਸ਼ਾ ਦੇ ਉੱਪਰ ਅਧਿਕਾਰ ਜਲਦੀ ਕਿਵੇਂ ਹੋਊਗਾ? ਕਿਉਂਕਿ ਬੱਚੇ ਨੂੰ ਵੱਧ ਤੋਂ ਵੱਧ ਬੋਲਣ ਦੇ ਮੌਕੇ ਮਿਲਣਗੇ। ਬੋਲਚਾਲ ਦਾ ਸਿਧਾਂਤ ਭਾਸ਼ਾਈ ਗਿਆਨ ਨੂੰ ਪ੍ਰਭਾਵਸ਼ਾਲੀ ਅਤੇ ਸਥਾਈ ਬਣਾਉਂਦਾ ਹੈ। ਬੋਲਚਾਲ ਕਿਉਂ ਜ਼ਰੂਰੀ ਹੈ? ਕਿਉਂਕਿ ਭਾਸ਼ਾ ਨੂੰ ਪ੍ਰਭਾਵਸ਼ਾਲੀ ਬਣਾਉਂਦਾ। ਇੱਕ ਤਾਂ ਆਪਾਂ ਪ੍ਰਭਾਵਸ਼ਾਲੀ ਰੂਪ ਨਾਲ ਬੱਚਾ ਆਪਣੀ ਗੱਲ ਕਹਿ ਸਕੂਗਾ ਹੌਲੀ ਹੌਲੀ, ਨਹੀਂ ਤਾਂ ਉਹ ਕੀ ਕਰੂਗਾ? ਉਹ ਤਾਂ ਫਿਰ ਜੇ ਨਹੀਂ ਬੋਲ ਸਕਿਆ ਤਾਂ ਫਿਰ ਕਈ ਹੁੰਦੇ ਆ ਵਿਦਿਆਰਥੀ ਸਾਡੇ ਬਥੇਰੀਆਂ ਟੂਮਾਂ ਟੱਕਰਦੀਆਂ ਸਾਨੂੰ ਐਵੇਂ ਦੀਆਂ ਵੀ ਜਿਨ੍ਹਾਂ ਨੂੰ ਬੋਲਣਾ ਹੀ ਨਹੀਂ ਆਉਂਦਾ, ਨਾ ਉਹ ਬੋਲਣਾ ਚਾਹੁੰਦੇ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਤੇ ਪਰ ਹੁਣ ਇਹ ਕੀ ਆ ਵੀ ਇਹ ਸਿਧਾਂਤ ਆ ਜਿਹੜੇ, ਕਿਉਂਕਿ ਹਰ ਵਿਦਿਆਰਥੀ ਦੀ ਬੁੱਧੀ ਲੱਭਦੀ ਇੱਕ ਜੀ ਨਹੀਂ ਨਾ, IQ ਲੈਵਲ ਹਰ ਵਿਦਿਆਰਥੀ ਦਾ ਅਲੱਗ-ਅਲੱਗ ਹੈ। ਬੋਲਚਾਲ ਦੇ ਕਿਹੜੇ-ਕਿਹੜੇ ਲਾਭ ਆ ਜੀ? ਦੇਖੋ, ਹੁਣ ਦੇਖੋ ਜੀ, ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਉਹ ਮੇਰੇ ਬ੍ਰਦਰ ਰਹਿੰਦੇ ਆ UK ਦੇ ਵਿੱਚ, ਤਾਂ ਉਹਨਾਂ ਨੇ ਕੀ ਆ ਵੀ ਉਹ ਬਿਲਕੁਲ ਇੱਕ ਤਰ੍ਹਾਂ ਦੇ ਕੋਲ ਅਨਪੜ੍ਹ ਸੀ ਇੱਕ ਤਰ੍ਹਾਂ ਦੇ। ਤਾਂ ਉਹਨਾਂ ਨੇ ਵੀ ਜਿਵੇਂ ਵੀ 5ਵੀਂ ਤੱਕ ਦੀ ਇੱਥੇ ਪੜ੍ਹਾਈ ਕੀਤੀ ਸੀ ਤੇ ਉਸ ਤੋਂ ਬਾਅਦ ਉਹ ਇੰਗਲੈਂਡ ਚਲੇ ਗਏ। ਉੱਥੇ ਜਾ ਕੇ ਫਰਾਟੇਦਾਰ ਅੰਗਰੇਜ਼ੀ ਬੋਲਣ ਲੱਗ ਗਏ। ਕਾਰਨ ਕੀ ਹੋਇਆ? ਕਾਰਨ ਕੀ ਹੋਇਆ? ਬੋਲਚਾਲ ਦਾ ਸਿਧਾਂਤ ਲਾਗੂ ਹੋ ਗਿਆ। ਬੋਲਚਾਲ ਦਾ ਸਿਧਾਂਤ ਕਿਵੇਂ ਹੋਇਆ? ਵੀ ਇੱਕ ਤਰ੍ਹਾਂ ਦੀ ਮਤਲਬ ਆ ਗਈ ਵੀ ਹੁਣ ਅੰਗਰੇਜ਼ੀ ਹੈ ਜਿਹੜੀ ਉਹ ਸਿੱਖਣੀ ਪਊਗੀ। ਅੰਗਰੇਜ਼ੀ ਸਿੱਖਣ ਵਾਸਤੇ ਕੀ ਹੋਇਆ? ਉਹਨਾਂ ਦੇ ਨਾਲ ਬੋਲਚਾਲ ਕਰਨੀ ਪਈ। ਉਹਨਾਂ ਦੀ ਗੱਲ ਨੂੰ ਧਿਆਨ ਨਾਲ, ਉਹਨਾਂ ਦੀ ਸ਼ਬਦਾਵਲੀ ਨੂੰ, ਉਹ ਗਿਣੀ ਚੁਣੀ ਸ਼ਬਦਾਵਲੀ ਕੰਮ ਆਉਂਦੀ ਹੈ, ਬਸ ਉਹਦੇ ਨਾਲ ਹੀ ਭਾਸ਼ਾ ਦੇ ਉੱਪਰ ਅਧਿਕਾਰ ਪ੍ਰਾਪਤ ਹੋ ਗਿਆ। ਇਵੇਂ ਹੀ ਮੈਂ ਮਤਲਬ ਉਦਾਹਰਣ ਵੀ ਉਹੋ ਜਿਹਾ ਹੀ ਦਿੱਤਾ। ਮੈਂ ਕਿਹਾ ਅਨਪੜ੍ਹ ਬੰਦਾ ਵੀ ਜਿਹੜਾ ਇੰਗਲੈਂਡ ਜਾ ਕੇ ਬੋਲਚਾਲ ਦੇ ਅਨੁਕਰਨ ਦੁਆਰਾ ਚੰਗੀ ਅੰਗਰੇਜ਼ੀ ਸਿੱਖ ਸਕਦਾ ਹੈ, ਇਹਦੇ ਵਿੱਚ ਕੋਈ ਦਿੱਕਤ ਨਹੀਂ। ਕੋਈ ਵੀ ਭਾਸ਼ਾ ਸਿੱਖ ਸਕਦੇ ਆ,
ਬਸ ਉਹ ਜਿਹਾ ਵਾਤਾਵਰਣ, ਉਹ ਉਸੇ ਭਾਸ਼ਾ ਨੂੰ ਬੋਲਣ ਵਾਲੇ ਤੁਹਾਡੇ ਸਾਹਮਣੇ ਹੋਏ ਤੇ ਤੁਹਾਨੂੰ ਬੋਲਣੀ ਪੈਣੀ। ਉਹ ਕਹਿੰਦੇ ਆ ਨਾ, ਸਾਡੇ ਆਪਣੇ ਅਖਾਣ ਹੈਗਾ ਨਾ ਪੰਜਾਬੀ ਦੇ ਵਿੱਚ ਵੀ ਮਰਦੀ ਕੀ ਨਹੀਂ ਕਰਦੀ, ਜਾਂ ਕਹਿ ਦਿੰਦੇ ਆ ਕਿ ਮਰਦੀ ਨੂੰ ਅੱਕ ਚੱਬਣਾ ਪੈ ਗਿਆ, ਤੇ ਉਹੀ ਹਿਸਾਬ ਹੈ। ਭਾਸ਼ਾ ਸਿੱਖਣ ਦੇ ਵਿੱਚ, ਬੋਲਚਾਲ ਦੇ ਵਿੱਚ ਘੱਟ ਸਮਾਂ ਲੱਗਦਾ ਹੈ ਤੇ ਬੋਲਚਾਲ ਦੁਆਰਾ ਪ੍ਰਾਪਤ ਗਿਆਨ ਸਥਾਈ ਹੁੰਦਾ ਹੈ। ਆਹ ਸਾਰੀਆਂ ਗੱਲਾਂ ਦੇਖੋ ਕੰਮ ਦੀਆਂ ਆਪਾਂ। ਹਾਂ, ਬੋਲਚਾਲ ਰਾਹੀਂ ਸ਼ੁੱਧ ਉਚਾਰਨ, ਲੈ, ਮਾਤਰਾ ਦਾ ਅਭਿਆਸ ਕਿਵੇਂ ਹੋਊਗਾ? ਬੋਲਚਾਲ ਦੇ ਵਿੱਚ ਕੋਈ ਸ਼ੁੱਧ ਉਚਾਰਨ ਦਾ ਸੰਬੰਧ ਬੋਲਚਾਲ ਦੇ ਨਾਲ ਹੈ, ਲਿਖਤ ਰੂਪ ਦੇ ਨਾਲ ਤਾਂ ਹੈ ਹੀ ਨਹੀਂਗਾ, ਕਿਉਂਕਿ ਜਿਵੇਂ ਬੋਲੋ ਤਿਵੇਂ ਲਿਖੋ। ਪਹਿਲਾਂ ਬੋਲਣਾ ਸ਼ੁੱਧ ਹੈ, ਬਾਅਦ ਦੇ ਵਿੱਚ ਲਿਖਣਾ ਸ਼ੁੱਧ ਹੈ। ਵੀ ਮੰਨ ਲਓ ਬੋਲੇਗਾ ਹੀ ਨਹੀਂ ਸ਼ੁੱਧ ਤਾਂ ਸ਼ੁੱਧ ਨਹੀਂ ਲਿਖੇਗਾ। ਬੋਲਚਾਲ ਦੁਆਰਾ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਸ਼ਕਤੀ ਵੱਧਦੀ ਹੈ, ਆਤਮ ਵਿਸ਼ਵਾਸ ਉਤਪੰਨ ਹੁੰਦਾ ਹੈ। ਕਹਾਣੀ ਵਰਣਨ ਕਰਨਾ, ਕੋਈ ਵਾਦ ਵਿਵਾਦ ਹੋ ਗਿਆ, ਭਾਸ਼ਣ, ਇਹ ਵਿਧੀਆਂ ਤੇ ਬੋਲਚਾਲ ਦੇ ਰੂਪ ਵਿੱਚ ਇਹ ਸਾਡੇ ਬੋਲਣ ਕੌਸ਼ਲ ਦਾ ਵਿਕਾਸ ਕਰਦੀਆਂ। ਇਹ ਸਾਡੇ ਸੀਗੇ ਜੀ ਭਾਸ਼ਾ ਅਧਿਆਪਨ ਦੇ ਸਿਧਾਂਤ, ਤੇ ਆਪਾਂ ਅਗਲੀ ਜਮਾਤ ਲੈ ਕੇ ਜਲਦੀ ਮਿਲਦੇ ਹਾਂ ਜੀ। ਸਤਿ ਸ੍ਰੀ ਅਕਾਲ।